ਐਂਡ ਹੈਲੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੇ ਜਿਵੇਂ ਸਾਡੇ ਨਾਲ ਅਪਡੇਟਸ ਦੇ ਵਾਸਤੇ ਵੱਖ-ਵੱਖ ਸਮਿਆਂ ਦੇ ਉੱਤੇ ਐਂਜਲ ਇਮੀਗ੍ਰੇਸ਼ਨ ਤੋਂ ਇੰਦਰਜੀਤ ਕੌਰ ਮਠਾਰੂ ਜਿਹੜੇ ਕਿ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਔਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਬੜੇ ਚਿਰਾਂ ਤੋਂ ਪੂਰੀ ਪਾਰਦਰਸ਼ਤਾ ਦੇ ਨਾਲ ਪੂਰੀ ਟਰਾਂਸਪੇਰੈਂਸੀ ਦੇ ਨਾਲ ਕੰਮ ਕਰਦੇ ਆ ਰਹੇ ਨੇ ਔਰ ਇਕੱਲੇ ਇੰਦਰਜੀਤ ਨਹੀਂ ਬਲਕਿ ਉਹਨਾਂ ਦੇ ਨਾਲ ਇੱਕ ਬਹੁਤ ਵਧੀਆ ਟੀਮ ਹੈ ਜਿਹੜੀ ਵੱਖ-ਵੱਖ ਸਮਿਆਂ ਦੇ ਉੱਤੇ ਅਸੀਂ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਔਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਅੱਜ ਕੀਤੀ ਜਾ ਰਹੀ ਹੈ। ਐਂਜਲ ਇਮੀਗ੍ਰੇਸ਼ਨ ਦੀ ਟੀਮ ਜਿਹੜੀ ਕਿ ਦੋ ਵੱਖ-ਵੱਖ ਟਿਕਾਣਿਆਂ ਤੋਂ ਆਪਣੀਆਂ ਸੇਵਾਵਾਂ ਦਿੰਦੀ ਹੈ। ਆਕਲੈਂਡ ਦੇ ਵਿੱਚ ਨੰਬਰ 300 ਕੁਈਨ ਸਟਰੀਟ ਲੈਵਲ 6 ਦੇ ਉੱਤੇ ਔਰ ਸੂਟ 604 ਆਕਲੈਂਡ ਦੇ ਵਿੱਚ ਤੇ ਉਧਰ ਕ੍ਰਾਈਸਟਚਰਚ ਦੇ ਵਿੱਚ 2A ਬਾਰ 2 ਹਾਰਨਰ ਸਟਰੀਟ ਪਾਪਾ ਨੂਈ ਕ੍ਰਾਈਸਟਚਰਚ ਤੋਂ ਆਪਣੀਆਂ ਸੇਵਾਵਾਂ ਉਹ ਦਿੰਦੇ ਨੇ। ਉਹਨਾਂ ਦੇ ਜਿਹੜੇ ਫੋਨ ਨੰਬਰਸ ਨੇ ਉਹ ਅੱਗੇ ਚੱਲ ਕੇ ਡੀਟੇਲ ਵੀ ਅਸੀਂ ਦਿਆਂਗੇ। ਹਾਲ ਦੀ ਘੜੀ ਜਿਹੜਾ ਮੋਬਾਈਲ ਫੋਨ ਨੰਬਰ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਹੈ 0211868351 ਦੇ ਉੱਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋ ਸਕਦੀਆਂ। ਤੇ ਲਾਓ ਸਟੂਡੀਓ 'ਚ ਇੰਦਰਜੀਤ ਹੁਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਨਵੀਂ ਜਿਹੜੀ ਤਬਦੀਲੀ ਆ ਉਹ ਭਾਵੇਂ ਕਿ ਉਨੀ ਵੱਡੀ ਤਬਦੀਲੀ ਨਹੀਂ ਜਿੰਨੀ ਸਾਡੇ ਜਿਹੜੇ ਦੇਸੀ ਭਾਈਵਾਨ ਦਾ ਉਹਦੀ ਉਮੀਦ ਕਰਦੇ ਆ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਸੁੱਖ ਦਾ ਸਾਹ ਜਿਹੜਾ ਉਹਦੇ ਰਾਹੀਂ ਆ ਸਕਦਾ। ਸੋ ਇਹ ਜਿਹੜੀ ਤਬਦੀਲੀ ਆ ਜਾਂ ਨਵੀਂ ਅਪਡੇਟ ਜਿਹੜੀ ਆ ਉਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਜ਼ਰੂਰ ਦਿਓ। ਪਹਿਲਾਂ ਤਾਂ ਦੇਖੋ ਜਿਹੜੀ ਅਪਡੇਟ ਆਈ ਆ ਉਹ ਤਾਂ ਡਿਊਰੇਸ਼ਨ ਆਫ ਵਰਕ ਵੀਜ਼ਾਸ ਲਈ ਆਈ ਆ। ਇਹਦੇ ਬਾਰੇ ਪਹਿਲਾਂ ਵੀ ਡਿਸਕਸ਼ਨ ਹੋਈ ਸੀ ਇਮੀਗ੍ਰੇਸ਼ਨ ਵੱਲੋਂ, ਬਟ ਹੁਣ ਇੱਕ ਪਾਲਿਸੀ ਚਲੋ ਇੰਟਰੋਡਿਊਸ ਹੋ ਗਈ ਆ ਕਿ 26 ਨਵੰਬਰ ਤੋਂ ਬਾਅਦ ਜਿਹੜੀਆਂ ਫਾਈਲਾਂ ਲੱਗਣੀਆਂ, ਸੋ ਵੀ ਕੈਨ ਸੇ 27 ਨਵੰਬਰ ਔਨਵਰਡਸ ਕਿ ਜਿੰਨੇ ਵੀ ਐਕ੍ਰੈਡਿਟਡ ਇੰਪਲੋਇਰ ਵਰਕ ਵੀਜ਼ੇ ਹੋਗੇ ਉਹ 5 ਸਾਲਾਂ ਦੇ ਹੋਗੇ। ਤੇ 5 ਸਾਲ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਡਿਊਰੇਸ਼ਨ ਆ। ਅਗਰ ਕਿਸੇ ਨੇ ਰੈਜ਼ੀਡੈਂਸ ਪਾਥਵੇ ਬਾਰੇ ਸੋਚਣਾ ਆ ਜਾਂ ਕੋਈ ਕੁਆਲੀਫਿਕੇਸ਼ਨ ਲੈ ਕੇ ਫਿਰ ਆਪਣਾ ਰੈਜ਼ੀਡੈਂਸ ਪਾਥਵੇ ਬਣਾਉਣਾ, ਸੋ ਇੱਕ ਅੱਛਾ ਟਾਈਮ ਫਰੇਮ ਹੈ ਕਿਸੇ ਲਈ ਵੀ ਆਪਣਾ ਇੱਕ ਪਾਥਵੇ ਟੂ ਰੈਜ਼ੀਡੈਂਸ ਡਿਸਾਈਡ ਕਰਨ ਲਈ। ਹੁਣ ਮੇਨ ਜਿਹੜਾ ਇਹਦੇ ਵਿੱਚ ਕੁਐਸਚਨ ਹੈ ਕਿ ਜਿਨ੍ਹਾਂ ਦੇ ਆਲਰੇਡੀ ਵੀਜ਼ਾ ਅਪਰੂਵ ਹੋ ਗਏ ਕੀ ਉਹ ਲੋਸਟ ਨੇ ਜਾਂ ਕਿਸ ਤਰੀਕੇ ਨਾਲ। ਕਾਫੀ ਸਾਨੂੰ ਇਹ ਕੁਐਰੀਜ਼ ਆਉਂਦੀਆਂ ਕਿ ਸਾਡਾ 3 ਸਾਲ ਦਾ ਹੋਇਆ, ਸਾਨੂੰ ਹੁਣੇ ਪਾ ਲੈਣਾ ਚਾਹੀਦਾ ਜਾਂ ਲੇਟਰ ਔਨ ਪਾਉਣਾ ਚਾਹੀਦਾ। ਇਮੀਗ੍ਰੇਸ਼ਨ ਵੱਲੋਂ ਜੋ ਇਨਫੋਰਮੇਸ਼ਨ ਆਈ ਆ ਕਿ ਜਿੰਨੇ ਵੀ ਵੀਜ਼ਾਸ ਹੁਣ ਤੱਕ ਗ੍ਰਾਂਟ ਹੋਏ ਆ 3 ਇਅਰਸ ਵਾਲੇ, ਇਹ ਸਾਰੇ ਹੀ ਐਕਸਟੈਂਡ ਹੋ ਗਏ ਜਿੰਨਾ ਉਹਨਾਂ ਦਾ ਟਾਈਮ ਫਰੇਮ ਰਹਿ ਗਿਆ। ਲਾਈਕ 2 ਇਅਰਸ ਲਈ ਮੈਕਸਿਮਮ ਟਾਈਮ ਫਰੇਮ ਇਜ਼ 5 ਇਅਰਸ ਤੇ 2 ਇਅਰਸ ਲਈ ਹੋ ਗਏ। ਹੁਣ ਕਈਆਂ ਨੂੰ ਇਹ ਚਾਹੀਦੀ ਹੈ ਕਿ VOC ਦੀ ਬਜਾਏ ਕਈਆਂ ਨੇ ਨਵੇਂ ਐਕ੍ਰੈਡਿਟਡ ਇੰਪਲੋਇਰ ਵਰਕ ਵੀਜ਼ਾਸ ਪਾਏ ਆ ਜਿੱਥੇ ਕਿ ਐਕਸਪਾਇਰੀ ਡੇਟ ਬਦਲਦੀ ਆ। ਆਫ ਕੋਰਸ ਲਾਈਕ ਫॉर ਐਗਜ਼ਾਮਪਲ ਤੁਸੀਂ 6 ਮਹੀਨੇ ਤੋਂ ਵੀਜ਼ਾ ਯੂਜ਼ ਕਰ ਰਹੇ ਆ, ਅੱਜ ਦੀ ਡੇਟ ਦੇ ਵਿੱਚ ਤੁਸੀਂ ਨਵਾਂ ਐਕ੍ਰੈਡਿਟਡ ਇੰਪਲੋਇਰ ਵਰਕ ਵੀਜ਼ਾ ਪਾ ਲਿਆ, 2.5 ਸਾਲ ਦੇ ਬਜਾਏ ਤੁਹਾਨੂੰ ਪੂਰਾ 3 ਸਾਲ ਦਾ ਅੱਜ ਮਿਲ ਗਿਆ। ਪਰ ਜਦੋਂ ਤੁਸੀਂ ਪੈਂਡਿੰਗ 2 ਸਾਲ ਵਾਲੇ ਲਈ ਉਹਦੇ ਲਈ ਪਾਉਂਗੇ ਪਰ ਤੁਹਾਨੂੰ ਟੋਟਲ ਡਿਊਰੇਸ਼ਨ ਤੁਹਾਡੀ ਚੈੱਕ ਕਰਕੇ ਕਿ 5 ਸਾਲ ਉਨਾ ਹੀ ਤੁਹਾਨੂੰ ਗ੍ਰਾਂਟ ਹੋਏਗਾ। ਓਕੇ ਤੇ ਇਹਦੇ ਵਿੱਚ ਇੰਪੋਰਟੈਂਟ ਚੀਜ਼ ਕਿ ਪਾਉਣੇ ਚਾਹੀਦੇ ਹਲੇ ਹੁਣੇ ਜਾਂ ਨਹੀਂ, ਇਹ ਵੀ ਬਹੁਤ ਕੁਐਰੀ ਆਉਂਦੀ ਹੈ ਕਿ ਅਸੀਂ ਹੁਣੇ ਅਪਲਾਈ ਕਰ ਦਿੰਦੇ ਆ। ਤੇ ਫਿਲਹਾਲ ਵੈਸੇ ਵੀਜ਼ਾ ਕੈਟਾਗਰੀ ਜਿਹੜੀ ਹੈ 27 ਤੋਂ ਹੀ ਮਤਲਬ ਕਿ 5 ਇਅਰਸ ਦਾ ਸ਼ੁਰੂ ਹੋਣਾ ਆ 27 ਆਫ ਨਵੰਬਰ ਤੋਂ। ਬਟ ਇਹ ਇਮੀਡੀਏਟਲੀ ਪਾਉਣ ਦੀ ਲੋੜ ਨਹੀਂ ਹੈ, ਜਿੱਦਾਂ ਜਿੱਦਾਂ ਕਿਸੇ ਦੀ ਐਕਸਪਾਇਰੀ ਅਪਰੋਚ ਕਰੇਗੀ ਉਸ ਤਰੀਕੇ ਨਾਲ ਉਹ ਪਾ ਸਕਦੇ ਆ। ਬਾਕੀ ਇੰਪਲੋਇਰਸ ਲਈ ਇਹਦੇ ਵਿੱਚ ਥੋੜਾ ਜਿਹਾ ਇੱਕ ਕਹਿ ਲਓ ਰਿਲੈਕਸੇਸ਼ਨ ਹੈਗਾ ਆ ਕਿ ਉਹਨਾਂ ਨੂੰ ਦੁਬਾਰਾ ਜੌਬ ਚੈੱਕਸ ਨਹੀਂ ਕਰਨੇ ਪੈਣੇ, ਉਹ ਐਕਸਪੈਂਡੀਚਰ ਨਹੀਂ ਉਹਨਾਂ ਦਾ ਹੋਏਗਾ। ਬਟ ਇੱਥੇ ਪ੍ਰੋਪਰ ਇੰਸਟਰਕਸ਼ਨਸ ਜਿਹੜੀਆਂ ਉਹ ਹਲੇ ਰਿਲੀਜ਼ ਹੋਣੀਆਂ। ਬਹੁਤ ਵਧੀਆ, ਬਹੁਤ ਵਧੀਆ। ਇੰਦੂ ਜੀ, ਜਿਹੜਾ ਮੈਂ ਦੇਖ ਰਿਹਾ ਇਸ ਵਕਤ ਇੱਕ ਤਵਜ਼ਨ ਹਿੱਲਿਆ ਹੋਇਆ ਸਮਾਜਿਕ ਜਿਹੜਾ ਤਾਣਾ ਬਾਣਾ ਸੀ ਉਹ ਬੜਾ ਉਲਝ ਗਿਆ ਔਰ ਤੁਹਾਡੀ ਵੀ ਬੜੀ ਬਰੀਕ ਨਜ਼ਰ ਰਹਿੰਦੀ ਹੈ। ਬਹੁਤ ਸਾਰੀਆਂ ਅਫਵਾਹਾਂ ਬਾਜ਼ਾਰ ਦੇ ਵਿੱਚ ਗਰਮ ਨੇ ਜਿਸ ਦੇ ਵਿੱਚ ਜਿਹੜੇ ਐਕ੍ਰੈਡਿਟਡ ਇੰਪਲੋਇਰ ਨੇ ਜਾਂ ਦੂਜੇ ਪਾਸੇ ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਲੈ ਕੇ ਬੜੀਆਂ ਮੰਦਭਾਗੀਆਂ ਖਬਰਾਂ ਵੀ ਆ ਰਹੀਆਂ ਔਰ ਦੇਸ਼ ਦੇ ਇਮੀਗ੍ਰੇਸ਼ਨ ਮਿਨਿਸਟਰ ਜਨਾਬ ਐਂਡਰਿਊ ਲਿਟਲ ਨੂੰ ਇਹਦੇ ਉੱਤੇ ਆਪਣੀ ਟਿੱਪਣੀ ਕਰਨੀ ਪਈ। ਅੱਜ ਦੇ ਰਾਸ਼ਟਰੀ ਅਖਬਾਰਾਂ ਦੇ ਵਿੱਚ ਇਹ ਸੁਰਖੀਆਂ ਨੇ ਕਿ ਇਸ ਸਾਰੀ ਪਾਲਿਸੀ ਨੂੰ ਰਿਵਿਊ ਕੀਤਾ ਜਾ ਰਿਹਾ ਹੈ। 164 ਦੇ ਕਰੀਬ ਜਿਹੜੇ ਐਕ੍ਰੈਡਿਟਡ ਇੰਪਲੋਇਰ ਨੇ ਉਹਨਾਂ ਦੇ ਉੱਤੇ ਤਲਵਾਰ ਲਮਕ ਰਹੀ ਹੈ ਕਿ ਉਹਨਾਂ ਦੀ ਐਕ੍ਰੈਡੀਟੇਸ਼ਨ ਰੱਦ ਕੀਤੀ ਜਾ ਸਕਦੀ ਹੈ। ਇਹ ਸਾਰੇ ਰਾਮ ਰੌਲੇ ਦੇ ਵਿੱਚ ਜਿਹੜਾ ਤੁਹਾਡੀ ਟਿੱਪਣੀ ਆ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ ਤੁਸੀਂ ਦੋਵਾਂ ਧਿਰਾਂ ਨੂੰ ਬਰਾਬਰ ਦੇਖਿਆ, ਦੋਵਾਂ ਧਿਰਾਂ ਨੂੰ ਡੀਲ ਕੀਤਾ ਔਰ ਖੁਦ ਵੀ ਇੱਕ ਮਾਈਗ੍ਰੈਂਟ ਹੋ, ਇਸ ਸਾਰੇ ਬਾਰੇ ਤੁਹਾਡਾ ਆਪਣਾ ਕੀ ਓਪੀਨੀਅਨ ਆ? ਦੇਖੋ ਪਾਲਿਸੀ ਦੀ ਅਗਰ ਜਿੱਥੇ ਤੱਕ ਅਸੀਂ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਇਹਦੇ ਵਿੱਚ ਲੂਪ ਹੋਲ ਹੈ ਜਾਂ ਆਪਾਂ ਇਹਨੂੰ ਕਹਿ ਸਕਦੇ ਈਜ਼ੀ ਬਹੁਤ ਆ ਜਿਹੜੀ ਤੁਸੀਂ ਪਹਿਲਾਂ ਵੀ ਕਹਿ ਕੇ ਗਏ ਸੀ। ਹਾਂਜੀ, ਕਿ ਜ਼ਿਆਦਾ ਇਹਨੂੰ ਕ੍ਰਾਸ ਚੈੱਕ ਨਹੀਂ ਕੀਤਾ ਜਾਂਦਾ ਕਿ ਕਈ ਏਦਾਂ ਦੇ ਵੀ ਹੁੰਦੇ। ਹੁਣ ਕਈਆਂ ਨੂੰ ਕਈ ਐਕਚੁਅਲ ਜੈਨੂਇਨ ਇੰਪਲੋਇਰਸ ਵੀ ਹੈ ਕਿ ਜਿਨ੍ਹਾਂ ਨੂੰ ਐਕਚੁਅਲ ਲੋੜ ਆ ਬੰਦਿਆਂ ਦੀ ਔਰ ਬੜਾ ਵਧੀਆ ਉਹਨਾਂ ਨੂੰ ਪੇ ਕੀਤਾ ਜਾ ਰਿਹਾ, ਸਾਰਾ ਕੁਝ ਕੀਤਾ ਜਾ ਰਿਹਾ। ਪ੍ਰੋਬਲਮ ਉੱਥੇ ਹੁੰਦੀ ਹੈ ਜਿੱਥੋਂ ਜੋ ਵੀ ਅਸੀਂ ਵੀ ਜੋ ਐਕਸਪੀਰੀਅੰਸ ਕਰਦੇ ਆ। ਹੁਣ ਸਾਨੂੰ ਵੀ ਬਹੁਤ ਕਾਲਸ ਆਉਂਦੀਆਂ ਇੰਡੀਆ ਤੋਂ ਕਿ ਸਾਡਾ ਫਲਾਣਾ ਰਿਸ਼ਤੇਦਾਰ ਬਾਹਰ ਚਲਾ ਗਿਆ, ਸਾਨੂੰ ਵੀ ਸੱਦ ਲਓ। ਇੱਕ ਵੀਜ਼ਾ ਸਾਡਾ ਅਗਰ ਕੋਈ ਅਪਰੂਵ ਹੁੰਦਾ ਉਹਦੇ ਘੱਟੋ ਘੱਟ 4 ਤੋਂ 5 ਰਿਸ਼ਤੇਦਾਰਾਂ ਦੀਆਂ ਕਾਲਸ ਆਉਂਦੀਆਂ
ਅੱਛਾ। ਹਾਂਜੀ, ਕਿ ਸਾਡਾ ਵੀ ਕਰਾ ਦਿਓ, ਪਰ ਸਾਡਾ ਉਹ ਚੈਨਲ ਨਹੀਂ ਹੈ, ਅਸੀਂ ਡਾਇਰੈਕਟ ਇੰਪਲੋਇਰਸ ਨਾਲ ਡੀਲ ਕਰਦੇ ਹਾਂ। ਬਟ ਕਈ ਹਾਂ, ਅਗਰ ਉਹ ਮੋਸਟਲੀ ਅਗਰ ਤੁਸੀਂ ਦੇਖੋਗੇ ਜਿਹੜੇ ਏਦਾਂ ਦੇ ਕੇਸਿਸ ਆ, ਉਹਦੇ ਵਿੱਚ ਲਾਇਸੈਂਸ ਐਡਵਾਈਜ਼ਰ ਇਨਵੋਲਵ ਨਹੀਂ ਹੈ, ਔਰ ਉਹ ਮੋਸਟਲੀ ਏਦਾਂ ਦੇ ਕੇਸਿਸ ਦੇ ਵਿੱਚ ਉਹਨਾਂ ਨੇ ਇੰਡੀਆ ਤੋਂ ਏਜੰਟਸ ਲਏ ਹੁੰਦੇ ਆ, ਜੋ ਅੱਛਾ, ਕਿ ਲਾਇਸੈਂਸ ਨਹੀਂ ਹੈ। ਤੇ ਕਈਆਂ ਨੇ ਪੈਸਾ ਵੀ ਬਹੁਤ ਖਰਚਿਆ। ਬਿਲਕੁਲ ਖਰਚਿਆ ਹੁੰਦਾ। ਹੁਣ ਤੁਸੀਂ ਆ ਜਿਹੜੀ ਜ਼ਿਆਦਾ ਲਾਈਮਲਾਈਟ 'ਚ ਨਿਊਜ਼ ਅਗਰ ਉਹਦਾ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੇ ਏਜੰਟ ਛੱਡੇ ਹੋਏ ਆ। ਸੋ ਹੂੰ, ਇਹ ਬਹੁਤ ਇੰਪੋਰਟੈਂਟ ਹੈ ਇਹਨਾਂ ਲਈ ਵੀ ਸਮਝਣਾ, ਓਵਰਸੀਜ਼ ਵਾਲਿਆਂ ਲਈ ਵੀ, ਕਿ ਤੁਸੀਂ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਦੇ ਥਰੂ ਹੀ ਚੱਲੋ। ਜੀ। ਕੋਸ਼ਿਸ਼ ਕਰੋ ਡਾਇਰੈਕਟ ਇੰਪਲੋਇਰ ਨਾਲ ਗੱਲ ਕਰਨ ਦੀ। ਅਗਰ ਹੂੰ, ਕੋਈ ਵੀ ਏਜੰਟ ਤੁਹਾਨੂੰ ਕਹਿ ਰਿਹਾ ਅਸੀਂ ਆਪ ਇੰਪਲੋਇਰ ਨਾਲ ਗੱਲ ਕਰ ਲਈ, ਆਪ ਪੇਪਰ ਲੈ ਲਿਆ, ਸੋ ਜੀ, ਆਬਵੀਅਸਲੀ देयर इज समथिंग ਡੋਜੀ। ਓਕੇ। ਹੋ ਸਕਦਾ ਉਸ ਇੰਪਲੋਇਰ ਨੂੰ ਪਤਾ ਨਾ ਹੋਵੇ। ਹੁਣ ਇਸ ਤਰ੍ਹਾਂ ਦੀਆਂ ਵੀ ਸਾਡੇ ਸਾਹਮਣੇ ਕੇਸਿਸ ਆਏ ਆ ਜਿੱਥੇ ਅੰਦਾਜ਼ਾ ਇੰਪਲੋਇਰ ਅਵੇਅਰ ਹੀ ਨਹੀਂ ਆ। ਕਿੰਨੇ ਕੁ ਲੋਕ ਇਸ ਜਾਲ 'ਚ ਫਸੇ ਤੇ ਕਿੰਨਿਆਂ ਕੁ ਦਾ ਬਚਾਅ ਹੋ ਗਿਆ? ਕਾਫੀ ਹੱਦ ਤੱਕ ਫਸੇ ਹੋਣੇ ਆ, ਅਗਰ ਦੇਖਿਆ ਜਾਵੇ 10,000 ਤੋਂ ਤਾਂ ਅਬਵ ਹੋ ਸਕਦੇ ਆ। ਹੂੰ, ਬਿਲਕੁਲ, 10,000 ਅਗਰ ਤੋਂ ਤੇ ਆਪਾਂ ਲੋਕ। ਹਿਸਾਬ ਲਾਈਏ 80,000 ਪਲੱਸ ਅਗਰ ਵੀਜ਼ਾ ਅਪਰੂਵ ਹੋਇਆ ਆ ਹਾਲੇ ਤੱਕ, ਜੀ। ਤਾਂ ਉਹਦੇ ਵਿੱਚ ਏਦਾਂ ਦੇ ਹੈ। ਰਿਕਵਰੀ ਵੀਜ਼ਾ ਨੇ ਬਹੁਤ ਜ਼ਿਆਦਾ ਰਿਕਵਰੀ ਵੀਜ਼ਾ ਦਾ ਵੀ ਮਿਸਯੂਜ਼ ਹੋਇਆ, ਹੂੰ, ਜਿੱਥੇ ਕਿ ਉੱਥੇ ਵੀ ਇਮੀਗ੍ਰੇਸ਼ਨ ਦਾ ਫਾਲਟ ਸੀ ਕਿ ਉਹਨਾਂ ਨੇ ਇੰਪਲੋਇਰ ਤੋਂ ਕੁਝ ਲਿਆ ਹੀ ਨਹੀਂ, ਸਿਰਫ ਇੱਕ ਬੰਦੇ ਸਪਲੀਮੈਂਟਰੀ ਫਾਰਮ ਬੀਬੀਆਂ ਸੀ। ਬਹੁਤ ਆ ਗਈਆਂ ਜੀ ਇਸ ਕੰਮ 'ਚ। ਬਿਲਕੁਲ ਜੀ, ਤੇ ਬਿਲਕੁਲ। ਬੰਦੇ ਤਾਂ ਚਲੋ ਫੇਰ ਦਬੜੂ ਘੁਸਣੂ ਕਰ ਲੈਂਦੇ ਵੀ ਚਲੋ ਕੋਈ ਨਹੀਂ, 40 ਜਣੇ ਇਕੱਠੇ ਪੈ ਲਾਂਗੇ, ਹੂੰ, ਗੱਦੇ ਸਿੱਟ ਕੇ। ਵਾਈਟ ਜੀ, ਟੈਨ ਵਾਲਿਆਂ ਨੇ ਕਹਿੰਦੇ ਸਸਤੇ ਲਾਇਓ ਆ, ਹੂੰ। ਤੇ ਬੀਬੀਆਂ ਵਿਚਾਰੀਆਂ ਕਿੱਥੇ ਜਾਣਗੀਆਂ? ਇਹ ਸਾਰੇ ਪਾਸੇ ਇਹ ਪ੍ਰੋਬਲਮ ਆ ਰਹੀ ਹੂੰ, ਹੈਗੀ ਹੈ। ਬਟ ਇਹ ਹੈ ਕਿ ਉਥੋਂ ਇੰਨੇ ਕੁ ਡੈਸਪਰੇਟ ਹੁੰਦੇ ਆ, ਇਹ ਉਥੋਂ ਚੈੱਕ ਇਹਨਾਂ ਨੂੰ ਕਰਨਾ ਚਾਹੀਦਾ। ਪਲੱਸ ਇਹ ਵੀ ਦੇਖਣਾ ਚਾਹੀਦਾ ਕਿ ਜਿਹਦੇ ਨਾਲ ਡੀਲ ਹੋ ਰਹੀ ਹੈ, ਏਜੰਟ ਨਾਲ ਡੀਲ ਹੋ ਰਹੀ ਹੈ, ਉਹ ਜੀ, ਲਾਇਸੈਂਸਡ ਹੈ ਜਾਂ ਨਹੀਂ ਹੈ। ਬਿਲਕੁਲ। ਪਰ ਮੈਨੂੰ ਇੱਕ ਖਬਰ ਵੱਲ ਮੇਰਾ ਧਿਆਨ ਹੋਰ ਵੀ ਗਿਆ ਸੀ, ਸ਼ਾਇਦ ਤੁਸੀਂ ਪੜ੍ਹੀ ਹੋਵੇ। ਬਸਿਆਲਾ ਜੀ ਬੜੇ ਮਿਹਨਤੀ ਪੱਤਰਕਾਰ ਨੇ, ਪੰਜਾਬੀ ਹੈਰਲਡ ਤੋਂ। ਉਹਨਾਂ ਨੇ ਜਿੰਨੀ ਗਿਣਤੀ ਦੱਸੀ, ਇਸ ਹਿਸਾਬ ਨਾਲ ਤਾਂ ਮੈਨੂੰ ਹੈਰਾਨੀ ਹੋਈ ਵੀ ਉੱਥੇ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਆ, ਉਹ ਤਾਂ ਕੁਛ ਵੀ ਨਹੀਂ ਉਹਨਾਂ ਦੀ ਗਿਣਤੀ। ਬਿਲਕੁਲ ਉਹ ਤਾਂ ਉਹੀ ਤੇ ਬਹੁਤ ਘੱਟ ਆ। ਔਰ ਦੂਸਰੀ ਚੀਜ਼ ਇਹ ਹੈ ਕਿ ਲੋਕਾਂ ਨੂੰ ਭਰੋਸਾ ਲਾਇਸੈਂਸ ਤੇ ਨਹੀਂ ਹੁੰਦਾ, ਅਨਲਾਇਸੈਂਸ ਤੇ ਜ਼ਿਆਦਾ ਹੁੰਦਾ। ਠੀਕ ਹੈ, ਕਿਉਂਕਿ ਸਾਡੇ ਡਾਕੂਮੈਂਟੇਸ਼ਨ ਮੰਗਣ ਦਾ ਜੋ ਹਿਸਾਬ ਹੁੰਦਾ ਹੈ ਤੇ ਅਗਲਾ ਉਹਦੇ ਕਹਿੰਦਾ ਵਿੱਚ ਯਾਰ ਤੁਸੀਂ ਖੁਦ ਇਹਨੇ ਐਵੇਂ ਬਣਾ 3 ਲਓ। ਮਹੀਨੇ ਲਾ ਦੇਣੇ ਆ, ਹਾਂ, ਤੇ ਤੁਸੀਂ ਕਰ ਬੈਟਰ ਲਓ, ਇਹ ਆ ਵੀ ਤੁਸੀਂ ਕਿਸੇ ਕਰ ਹੋਰ ਲਓ। ਕੋਲ ਚੱਲਦੇ ਆ, ਆਪਾਂ ਤਾਂ ਪੈਸੇ ਹੀ ਫੂਕਣੇ ਆ ਵੀ, ਬਿਲਕੁਲ। ਇਹਨਾਂ ਕੋਲ ਨਹੀਂ ਫੂਕਣੇ, ਕਦੇ ਹੋਰ ਫੂਕ ਹੁਣ ਦੇਣੇ। ਤੁਸੀਂ ਇੱਕ ਸਿੰਪਲ ਜੀ ਤੁਹਾਨੂੰ ਮੈਂ ਐਗਜ਼ਾਮਪਲ ਦਿੰਦੀ, ਵਿਜ਼ਟਰ ਵੀਜ਼ਾ ਦੀ ਦਿੰਦੀ ਆ। ਵਿਜ਼ਟਰ ਵੀਜ਼ਾ ਜੀ। ਨਿਊਜ਼ੀਲੈਂਡ ਨੇ ਬਹੁਤ ਦਿੱਤੇ, ਬਹੁਤ ਈਜ਼ ਨਾਲ ਦਿੱਤੇ ਜਦੋਂ ਆਪਣੇ ਬਾਰਡਰ ਓਪਨ ਹੋਏ। ਹੂੰ, ਹੁਣ ਪਰ ਉਹਦੇ ਤੇ ਪ੍ਰੋਬਲਮ ਆ ਰਹੀ ਆ। 6 ਮਹੀਨੇ ਦੇ ਵੀਜ਼ੇ ਵੀ ਮਿਲੇ, ਕਈਆਂ ਨੂੰ ਸਾਲ ਦੇ ਵੀਜ਼ੇ ਵੀ ਮਿਲੇ। ਹੁਣ ਅੱਛਾ, ਅੱਜ ਦੀ ਡੇਟ 'ਚ ਜਦੋਂ ਚੇਂਜ ਕਰ ਰਹੇ ਆ, ਵਰਕ ਪਾ ਰਹੇ ਆ ਜਾਂ ਵਿਜ਼ਿਟ ਸਟੂਡੈਂਟ ਪਾ ਰਹੇ ਆ, ਅਗਰ ਉਹਨਾਂ ਨੇ ਪਿਛਲੀ ਫਾਈਲ 'ਚ ਫਾਲਸ ਡਾਕੂਮੈਂਟ ਲਾਏ ਆ, ਅੱਛਾ, ਹੁਣ ਠੀਕ ਹੈ, ਉਥੋਂ ਇੱਕ ਏਜੰਟ ਦਾ ਅਪਰੂਵ ਹੋ ਗਿਆ ਇੰਡੀਆ ਤੋਂ ਅਨਲਾਇਸੈਂਸਡ ਬੰਦੇ ਦਾ, ਜੀ। ਉਹੀ ਸੇਮ ਡਾਕੂਮੈਂਟ ਉਹ ਦੂਜੀਆਂ ਫਾਈਲਾਂ 'ਚ ਵੀ ਲਾ ਰਿਹਾ। ਸਾਨੂੰ ਹੂੰ, ਕੁਐਸਚਨਿੰਗ ਆਉਂਦੀ ਇਮੀਗ੍ਰੇਸ਼ਨ ਤੋਂ ਕਿ ਵੀ ਇਹੀ ਬੈਂਕ ਸਟੇਟਮੈਂਟ ਸਾਡੀ ਹੋਰ ਫਾਈਲਾਂ 'ਚ ਵੀ ਲੱਗੀ ਆ। ਨਾਓ ਯੂ ਹੈਵ ਟੂ ਪ੍ਰੂਵ ਕਿ ਇਹ ਬੈਂਕ ਯੈਸ। ਅਕਾਊਂਟ ਤੁਹਾਡਾ ਆ ਜਾਂ ਸੇਲਸ ਡੀਡ ਆ, ਇਹ ਦੂਸਰੇ ਐਪਲੀਕੇਸ਼ਨਸ 'ਚ ਵੀ ਹੈ। ਹੂੰ, ਉੱਥੇ ਕਲਾਇੰਟ ਕੋਈ ਇਨਫੋਰਮੇਸ਼ਨ ਹੀ ਨਹੀਂ ਹੁੰਦੀ। ਉਹ ਪਹਿਲਾਂ ਤਾਂ ਕਲਾਇੰਟ ਸਾਨੂੰ ਬੋਲੇਗਾ ਨਹੀਂ ਮੇਰਾ ਹੈ, ਮੇਰਾ ਹੈ। ਜਦੋਂ ਅਸੀਂ ਪੇਪਰ ਵਰਕ ਮੰਗਦੇ ਆ ਤਾਂ ਉਹਦੇ ਕੋਲ ਹੁੰਦਾ ਹੀ ਨਹੀਂ। ਇੱਕ ਗੱਲ ਹੋਰ ਦੱਸੋ, ਕਿਉਂਕਿ ਸਾਡੇ ਪਿੰਡੋਂ ਤੁਹਾਡੇ ਪਿੰਡ ਜਾਣ ਨੂੰ ਘੰਟਾ ਕੀ ਲੱਗਦਾ ਬੱਸੇ, ਉਹ ਵੀ ਜੇ ਪਿੱਛੇ ਲੰਮਕ ਕੇ ਜਾਣਾ ਹੋਵੇ, ਵਿੱਚ ਤਾਂ ਕੰਡਕਟਰ ਸਾਨੂੰ ਫ੍ਰੀ ਵਾਲਿਆਂ ਨੂੰ ਬਹਿਣ ਨਹੀਂ ਦਿੰਦਾ। ਮੈਨੂੰ ਇਹ ਦੱਸੋ ਵੀ ਇਸ ਵੇਲੇ ਟ੍ਰੈਂਡ ਜਿਹੜਾ ਉਹ ਕਿਹੜੇ ਪਾਸੇ ਨੂੰ ਚੱਲ ਪਿਆ? ਕਿਉਂਕਿ ਤੁਸੀਂ ਵੀ ਕਹਿੰਦੇ ਵੀ ਮੈਂ ਘਰ ਬਹੁਤ ਲੇਟ ਜਾਨੀ, ਕਈ ਵਾਰੀ ਕੰਮ ਬੜਾ ਬਿਜ਼ੀ ਆ, ਜੀ। ਤੇ 7:30 ਵਜੇ ਤੱਕ ਤੁਸੀਂ ਘਰ ਪਹੁੰਚਦੇ ਆ। ਹੁਣ ਇਸ ਵੇਲੇ ਕਿਹੜੇ ਵੀਜ਼ਿਆਂ ਵਾਲੇ ਮਿੱਤਰ ਆ ਜਿਹੜੇ ਲਾਈਨਾਂ ਲਾ ਕੇ ਤੁਹਾਡੇ ਦਫ਼ਤਰ ਦੇ ਬਾਹਰ ਖੜੇ ਆ? ਦੇਖੋ ਹਰ ਤਰ੍ਹਾਂ ਦਾ ਹੀ ਹੁੰਦਾ ਵੀਜ਼ਾ। ਤਾਂ ਹੁਣ ਵਿਜ਼ਟਰ ਵੀਜ਼ੇ ਵਾਲੇ ਵੀ ਕਨਵਰਟ ਕਰ ਰਹੇ ਆ ਸਟੂਡੈਂਟ ਤੇ, ਈਵਨ ਅੱਛਾ, ਵਰਕ ਵੀਜ਼ੇ ਵਾਲੇ ਆ, ਪਾਰਟਨਰਸ਼ਿਪ ਕੈਟਾਗਰੀਜ਼ ਆ। ਅੱਛਾ ਜੀ। ਤੇ ਚਲੋ ਕੰਮ ਤਾਂ ਹੈ। ਤੇ ਉਹਦੇ ਵਿੱਚ ਇਸ ਵੇਲੇ ਜਿਹੜਾ ਟ੍ਰੈਂਡ ਆ, ਮੈਂ ਜਾਣਨਾ ਇਹ ਚਾਹੁੰਦਾ, ਕਿਉਂਕਿ ਸਾਡਾ ਇਹ ਖੇਤਰ ਨਹੀਂ, ਤੁਹਾਡਾ ਇਹ ਰੋਜ਼ ਦਾ ਕੰਮ ਜੀ। ਆ। ਜਿਹੜਾ ਤੁਸੀਂ ਕਹਿੰਦੇ ਆ ਵੀ ਕਨਵਰਟ ਹੋ ਰਿਹਾ ਵੀਜ਼ੇ, ਉਹਦੇ ਵਿੱਚ ਤੁਹਾਡੇ ਵੱਲੋਂ ਐਜ਼ ਅ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਸਭ ਤੋਂ ਬਿਹਤਰ ਸਲਾਹ ਕਿਹੜੀ ਆ ਵੀ ਕਨਵਰਟ ਕਿਵੇਂ? ਦੇਖੋ ਜੈਨੂਇਨਲੀ ਅਗਰ ਕੋਈ ਸਟੱਡੀ ਕਰਨਾ ਚਾਹੁੰਦਾ ਹੈ ਇੱਥੇ, ਅਗਰ ਕਿਸੇ ਦੀ ਰੈਲੇਵੈਂਸ ਬਣਦੀ ਆ, ਤਾਂ ਕੋਈ ਇਹਦੇ ਵਿੱਚ ਕੋਈ ਹਰਜ਼ ਨਹੀਂ ਆ, ਕੋਈ ਏਦਾਂ ਦੀ ਇਮੀਗ੍ਰੇਸ਼ਨ ਪਾਲਿਸੀ ਨਹੀਂ ਆ ਜੋ ਕਿ ਤੁਹਾਨੂੰ ਰਿਸਟ੍ਰਿਕਟ ਕਰਦੀ ਹੈ ਕਿ ਤੁਸੀਂ ਵੀਜ਼ਾ ਚੇਂਜ ਨਹੀਂ ਕਰ ਸਕਦੇ, ਚਾਹੇ ਉਹ ਵਰਕ ਟੂ ਸਟੱਡੀ ਜਾਣਾ ਹੋਵੇ ਜਾਂ ਸਟੱਡੀ ਟੂ ਵਰਕ ਜਾਣਾ ਹੋਵੇ, ਚਾਹੇ ਅੱਛਾ, ਵਿਜ਼ਟਰ ਟੂ ਸਟੂਡੈਂਟ ਜਾਂ ਵਰਕ ਜਾਣਾ ਹੋਵੇ। ਸੋ ਅਗਰ ਕਿਸੇ ਨੂੰ ਲੱਗਦਾ ਕਿ ਜੈਨੂਇਨਲੀ ਨੀਡ ਹੈ, ਅਗਰ ਉਹ ਆਪਣਾ ਫਿਊਚਰ ਦੇਖਦੇ ਆ, ਲਾਈਕ ਵਿਜ਼ਟਰ ਤੇ ਆ ਕੇ ਕਾਫੀ ਬੰਦੇ ਕੁਆਲੀਫਿਕੇਸ਼ਨਸ ਲੈਂਦੇ ਆ, ਲਾਈਕ ਕੁਆਂਟੀਟੀ ਸਰਵੇਇੰਗ ਦਾ ਡਿਪਲੋਮਾ ਹੋ ਸਕਦਾ ਕਿਆ ਜਾਂ ਬਾਤ ਆ। ਹੈਲਥ ਕੇਅਰ ਦਾ ਹੋ ਸਕਦਾ ਹੈ। ਅੱਛਾ, ਹੈਲਥ ਕੇਅਰ ਦੇ ਵਿੱਚ ਤਾਂ ਆਪਾਂ ਨੂੰ ਸਭ ਪਤਾ ਵਰਕਫੋਰਸ ਦੇ ਅੰਡਰ ਆਉਂਦਾ, 2 ਸਾਲ ਬਾਅਦ ਰੈਜ਼ੀਡੈਂਸ ਪਾ ਸਕਦੇ ਆ। ਅੱਛਾ, ਤੁਸੀਂ ਜਿੰਨੀ ਵਾਰ ਵੀ ਇੱਥੇ ਆਏ, ਤੁਸੀਂ ਇਹ ਗੱਲ ਬਹੁਤ ਜ਼ੋਰ ਦੇ ਕੇ ਕਹੀ ਆ, ਜੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਫੇਰ ਵੀ ਲੋਕ, ਕੋਈ ਕਹਿੰਦਾ ਮੈਂ 25 ਲੱਖ ਦੇ ਕੇ ਆ ਗਿਆ, ਕੋਈ ਕਹਿੰਦਾ ਮੈਂ 20 ਲੱਖ ਦੇ ਕੇ ਆਇਆ। ਇਹ ਜਿਹੜਾ ਸਿੱਧਾ ਸਿੱਧਾ ਰਾਹ ਆ, ਹਮ ਇਹ ਕੋਈ ਬਹੁਤਾ ਲੰਮਾ ਚੌੜਾ ਰਸਤਾ ਤਾਂ ਹੈ ਨਹੀਂ, ਲੇਕਿਨ ਆਪਣੇ ਬੰਦਿਆਂ ਦੇ ਖਾਣੇ ਕਿਉਂ ਨਹੀਂ ਪੈਂਦੀ ਗੱਲ ਇਹ? ਲੈਕ ਆਫ ਇਨਫੋਰਮੇਸ਼ਨ ਆਪਾਂ ਉੱਥੇ ਕਹਿ ਸਕਦੇ ਹਾਂ, ਪਰ ਕਿਉਂਕਿ ਆਪਣੇ ਬੰਦੇ ਇੰਟਰਨੈਟ mostly ਤੇ ਇੰਦੂ ਜੀ ਸਾਰੀਆਂ ਲੁੱਤਰ ਪੁੱਤਰੀਆਂ ਸਾਰੀ ਦਿਹਾੜੀ ਦੇਖੀ ਜਾਂਦੇ ਆ। ਜੀਓ ਵਾਲਿਆਂ ਨੇ ਫ੍ਰੀ ਇੰਟਰਨੈਟ ਦੇਤਾ। ਦੇਖਦੇ ਆ, ਜਿੱਦਾਂ ਹੁਣ ਅਗਰ ਆਪਾਂ ਵੀ ਗੱਲ ਕਰੀਏ, ਮੇਰੇ ਕੋਲ ਵੀ ਬਹੁਤ ਕੁਐਰੀਜ਼ ਆਉਂਦੀਆਂ, ਬਟ ਐਂਡ ਆਫ ਦਾ ਡੇ ਕਈ ਵੇਲੇ ਕੀ ਹੁੰਦਾ ਜੀ, ਅਸੀਂ ਇੰਡੀਆ ਦੇ ਏਜੰਟ ਤੋਂ ਫਾਈਲ ਵਾਲੇ ਤੁਹਾਨੂੰ ਗੁੱਸਾ ਵੀ ਆਉਂਦਾ ਵੈਸੇ ਕਦੇ ਕਦੇ? ਕਈ ਵੇਲੇ ਹੁੰਦਾ ਕਿ ਹਾਂ ਫ੍ਰੀ ਆਫ ਕਾਸਟ ਅਸੀਂ ਐਡਵਾਈਸ ਦੇ ਰਹੇ ਹਾਂ, ਠੀਕ ਹੈ, ਬਟ ਅਗਲੇ ਦੀ ਵੈਲਬੀਇੰਗ ਲਈ ਦੇ ਰਹੇ ਹਾਂ ਕਿ ਵੀ ਇੱਕ ਰਾਈਟ ਪਾਥਵੇ ਤੇ ਉਹਨੂੰ ਚਲੋ ਮਿਲੇ। ਯਾਰ ਇਹਦਾ ਬਚਾਅ ਹੋ ਜਾਏ। ਹਾਂ, ਕਈ ਵਾਰ ਇੱਥੇ ਆ ਕੇ ਬਾਅਦ ਵਿੱਚ ਉਹ ਦੱਸਦੇ ਆ ਕਿ ਨਹੀਂ ਜੀ ਸਾਡੇ ਤੋਂ ਮਿਸਟੇਕ ਹੋ ਗਈ, ਅਸੀਂ ਉੱਥੇ ਏਦਾਂ ਪੇਪਰ ਲਾ ਲਏ, ਏਦਾਂ ਕਰ ਲਏ, ਬਟ ਉਹ ਫਿਰ ਚੀਜ਼ਾਂ ਉਹ ਤੁਹਾਨੂੰ ਇਹ ਵੀ ਆਪਣਾ ਲੱਗਦਾ ਵੀ ਕਰਕੇ ਆਪਣੇ ਕਈ ਆਉਂਦਾ। ਬੰਦੇ ਮਚਲੇ ਆ?
ਮਛਲੀਆਂ ਮਤਲਬ ਮਤਲਬ ਪਤਾ ਹੁੰਦਾ ਵੇ ਵੀ ਧੱਕ ਹਾਂ ਧੁੱਕੇ ਕਹਿੰਦੇ ਵੀ ਜਹਾਜ਼ ਦੀ ਤਾਕੀ ਨੂੰ ਹੱਥ ਪੈ ਜਾਏ। ਹੁਣ ਇੱਕ ਹੋਰ ਚੀਜ਼ ਬੜੀ ਜ਼ਿਆਦਾ ਹੈਗੀ ਆ ਜੋ ਸਾਨੂੰ ਕਾਲਸ ਆਉਂਦੀਆਂ, ਚਲੋ ਜਿੱਥੇ ਜਿੱਦਾਂ ਹੁਣ ਆ ਨਿਊਜ਼ ਸਾਰੀ ਕਵਰ ਹੋ ਰਹੀ ਆ, ਚਲੋ ਐਕਚੁਅਲੀ ਉਹਨਾਂ ਦੇ ਨਾਲ ਗਲਤ ਹੋਇਆ ਪਰ ਸਾਰਾ, ਇਹਦੇ ਨਾਲ ਮਾਫ ਕਰਨਾ, ਬਦਨਾਮੀ ਬਹੁਤ ਹੋ ਰਹੀ ਜੀ। ਬਿਲਕੁਲ ਤੁਹਾਡੇ ਵੀ ਚਿਹਰੇ ਤੋਂ ਪਤਾ ਲੱਗਦਾ ਤੁਸੀਂ ਇੰਡੀਅਨ ਆ, ਮੇਰੇ ਵੀ ਚਿਹਰੇ ਤੋਂ ਪਤਾ ਲੱਗੀ ਜਾਂਦਾ ਮੈਂ ਇੰਡੀਅਨ ਆ। ਜਦੋਂ ਕਿਸੇ ਵੀ ਸਰਕਾਰੀ ਦਰਬਾਰੇ ਕਿਸੇ ਵੀ ਕੁਰਸੀ ਤੇ ਜਾ ਕੇ ਬੈਠੂੰਗਾ, ਅਗਲੇ ਨੇ ਮੇਰੇ ਵੱਲ ਹੋਰ ਤਰ੍ਹਾਂ ਦੇਖਣਾ। ਹੁਣ ਉਸ ਗੱਲ ਦਾ ਜਵਾਬ ਹੈ ਨਹੀਂ ਸਾਡੇ ਕੋਲ। ਭਾਜੀ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਪਰ ਕਈ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਜਿੱਦਾਂ ਹੁਣ ਨਿਊਜ਼ੀਲੈਂਡ ਨੇ ਵਨ ਆਫ ਰੈਜ਼ੀਡੈਂਸ ਵੀਜ਼ਾਸ ਗ੍ਰਾਂਟ ਕੀਤੇ ਸੀਗੇ, ਜੋ ਸਾਨੂੰ ਕਾਲਸ ਆਉਂਦੀਆਂ ਆ ਉਹਦੇ ਤੇ ਇਹ ਵੀ ਹੁੰਦਾ ਕਿ ਜੇ ਮੈਂ ਐਕਸਪਲੋਇਟੇਸ਼ਨ ਵਾਲਾ ਵੀਜ਼ਾ ਲੈ ਲਾਂ, ਕੀ ਕੱਲ ਵਨ ਆਫ ਰੈਜ਼ੀਡੈਂਸ ਟਾਈਪ ਕੁਝ ਹੋਊਗਾ ਕਿ ਮੈਨੂੰ ਮਿਲ ਜਾਏਗੀ ਰੈਜ਼ੀਡੈਂਸ? ਮਤਲਬ EMPLOYER ਜਿਹੜਾ ਉਹਦਾ ਸਤਿਆਨਾਸ਼ ਮਾਰ ਕੇ ਜੀ। ਇਸ ਤਰ੍ਹਾਂ ਦੀ ਬਹੁਤ ਕਾਲਸ ਆਉਂਦੀਆਂ, ਬਹੁਤ ਜ਼ਿਆਦਾ, ਕਿ ਜਿੱਥੇ ਇੱਕ ਕੰਪਨੀ ਨੇ 3-4 ਬੰਦੇ ਚਲੋ ਬਾਹਰੋਂ ਸੱਦੇ ਆ, ਮਿਲ ਕੇ ਕੰਪਲੇਂਟ ਕਰ ਦੇਣੀ, ਠੀਕ ਹੈ, ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ, ਸਾਰਾ ਕੁਝ। ਵਿਕਟਮ, ਕਈ ਐਕਚੁਅਲ ਵਿਕਟਮ ਦੇ ਇਹਦੇ ਨਾਲ ਪ੍ਰੋਬਲਮ ਕੀ ਆਉਂਦੀ, ਜਿਹੜੇ ਐਕਚੁਅਲ ਵਿਕਟਮ ਆ ਨਾ, ਫਿਰ ਉਹਨਾਂ ਨੂੰ ਵੀ ਮਤਲਬ ਲੋਕੀ ਸੀਰੀਅਸਲੀ ਨਹੀਂ ਲੈਂਦੇ। ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਜਿਹੜੀ ਮੈਂ ਤੁਹਾਡੇ ਨਾਲ ਹੀ ਡਿਸਕਸ ਕਰ ਸਕਦਾ। ਇੱਕ ਪਾਸੇ ਦੇਸ਼ ਦੇ ਵਿੱਚ ਇਲੈਕਸ਼ਨ ਆ ਰਹੀ ਹੈ, ਇੱਕ ਪਾਸੇ ਇਮੀਗ੍ਰੇਸ਼ਨ ਮਿਨਿਸਟਰ ਜਿਹੜਾ ਉਹ 3 ਮਹੀਨੇ ਬਦਲ ਜਾਂਦਾ। ਇਹ ਸਾਰੇ ਰਾਮ ਰੌਲੇ ਦੇ ਵਿੱਚ ਇਹ ਜਿਹੜੀ ਟ੍ਰਾਂਜੀਸ਼ਨ ਹੈ ਇਹਨਾਂ ਮੁੰਡਿਆਂ ਦੀ, ਇੰਡੀਅਨ ਹਾਈ ਕਮਿਸ਼ਨ ਇੰਟਰਵੀਨ ਕਰ ਰਿਹਾ, ਯੂਨੀਅਨਸ ਇੰਟਰਵੀਨ ਕਰ ਰਹੀਆਂ, ਸਮਾਜ ਸੇਵੀ ਜਥੇਬੰਦੀਆਂ ਇੰਟਰਵੀਨ ਕਰ ਰਹੀਆਂ, ਗੁਰੂ ਘਰ ਆਪਣੇ ਵੱਲੋਂ ਭੋਜਨ ਪਹੁੰਚਾ ਰਹੇ ਆ। ਇੱਕ ਪਾਸੇ ਉਹ ਕੰਟਰੋਵਰਸੀ ਇਹ ਵੀ ਚੱਲ ਪਈ ਵੀ ਗੁਰਦੁਆਰਾ ਵਾਲਿਆਂ ਨੇ ਜਿਹੜਾ ਉਹ ਲੰਗਰ ਜਿਹੜਾ ਉਹ ਠੀਕ ਆ, ਉਹ ਜਿੰਨੀ ਆਪਣੇ ਵਿੱਤੋਂ ਵੱਧ ਜਾ ਕੇ ਮਦਦ ਜਿਹੜੀ ਆ ਇਹਨਾਂ ਮਾਈਗ੍ਰੈਂਟਸ ਦੀ ਕਰ ਰਹੇ ਆ। ਲੇਕਿਨ ਜਦੋਂ ਪੈਸਿਆਂ ਦਾ ਲੈਣ ਦੇਣ ਹੋਇਆ ਸੀ, ਉਦੋਂ ਗੁਰੂ ਘਰ ਦੇ ਕਿਸੇ ਵੀ ਪ੍ਰਬੰਧਕ ਨੂੰ ਦੱਸ ਕੇ ਨਹੀਂ ਲੈਣ ਦੇਣ ਹੋਇਆ ਵੀ ਭਾਜੀ ਮੈਂ ਫਲਾਣੇ ਨੂੰ 25 ਲੱਖ ਦੇਣ ਲੱਗਾ। ਤੇ ਹੁਣ ਢਾਣੀਆਂ ਦੀਆਂ ਢਾਣੀਆਂ ਜਿਹੜੀਆਂ ਖੜੀਆਂ ਇੱਥੇ, ਉਹ ਇਹ ਕਲੇਮ ਕਰੀ ਜਾਂਦੀਆਂ ਵੀ ਸਾਨੂੰ ਤਾਂ ਜੀ ਗੁਰਦੁਆਰੇ ਵਾਲੇ ਜਿਹੜੇ ਆ ਉਹ ਚੋਪੜੀਆਂ ਪ੍ਰਸ਼ਾਦੇ ਦੇਣ ਤੇ ਨਾਲ ਮਟਰ ਪਨੀਰ ਦੇਣ। ਉਹਨਾਂ ਦਾ ਫਿਊਚਰ ਜਿਹੜਾ ਉਹ ਐਂਡ ਅਪ ਕਿੱਥੇ ਹੋਏਗਾ, ਮੈਂ ਜਾਨਣਾ ਇਹ ਚਾਹੁੰਦਾ। ਹੁਣ ਇਹਦੇ ਵਿੱਚ ਪਤਾ ਬਹੁਤ ਸਾਰੇ ਇਦਾਂ ਦੇ ਵੀ ਕੇਸਿਸ ਹੁੰਦੇ ਆ ਜਿਨ੍ਹਾਂ ਦੇ ਕੋਲ ਐਕਚੁਅਲ ਐਕਸਪੀਰੀਐਂਸਿਸ ਹੀ ਨਹੀਂ ਹੁੰਦੇ ਭਾਜੀ। ਹੁਣ ਕਈ EMPLOYERS ਹੁਣ ਚਲੋ ਸਾਡੇ ਨਾਲ ਗੱਲ ਕਰਦੇ ਆ ਅਗਲੇ, ਜਿੱਦਾਂ ਹੁਣ ਕੋਈ ਐਗਜ਼ਾਮਪਲ ਮੈਂ ਦਿੰਨੀ ਹੈ, ਕੋਈ ਗਰੋਸਰੀ ਸਟੋਰ ਆ, ਠੀਕ ਹੈ, ਅਗਲੇ ਨੇ ਕੋਈ ਚੈੱਕਆਊਟ ਆਪਰੇਟਰ ਬੁਲਾਇਆ ਜਾਂ ਮੈਨੇਜਰ ਸੱਦਿਆ, ਉਹ ਸਿੱਧੇ ਹੀ ਰਿਫਿਊਜ਼ ਕਰ ਰਹੇ ਆ, ਅਸੀਂ ਜੀ ਸ਼ੈਲਫਾਂ ਤੇ ਸਟਾਕ ਨਹੀਂ ਕਰਨਾ। ਹਾਂ, ਠੀਕ ਹੈ। ਇਹ ਹੁਣ ਕਿੱਥੇ ਤੱਕ ਦਾ ਸਹੀ ਆ? ਅਗਲੇ ਦੇ ਜੌਬ ਡਿਸਕ੍ਰਿਪਸ਼ਨ 'ਚ ਵੀ ਆ, ਸਾਰਾ ਕੁਝ ਹੈ, ਜਾਂ ਅਸੀਂ ਡਿਲੀਵਰੀਜ਼ ਰਿਸੀਵ ਨਹੀਂ ਕਰਨੀਆਂ, ਇਹ ਸਾਡਾ ਕੰਮ ਨਹੀਂ ਆ। ਬਿਲਕੁਲ। ਤੇ ਉੱਥੇ EMPLOYER ਜਿੱਥੇ ਕੱਲ ਖੜਾ ਸੀ ਉੱਥੇ ਅੱਜ ਖੜਾ, ਅੱਜ ਉਹ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੈ ਕਿ ਹਾਂ ਉਹ ਪੇ ਵੀ ਕਰ ਰਿਹਾ $30, ਠੀਕ ਹੈ, ਕੰਮ ਵੀ ਆਪ ਕਰ ਰਿਹਾ ਸਟਿਲ। ਯੈਸ। ਤੇ ਉਹਦੇ ਕੋਲੋਂ ਨਾ ਮਾਰਜਨ ਵੀ ਨਹੀਂ ਸੀ। ਉਧਰੋਂ ਭੂਆ ਨੇ ਫੋਨ ਕਰਤਾ ਵੀ ਕਾਕਾ ਸਾਡੀ ਗਰੀਬੀ ਚੱਕੀ ਜਾਊਗੀ, ਸਾਡੀ ਕੁੜੀ ਦਾ ਘਰ ਵਸ ਜਾਊਗਾ, ਤੂੰ ਮੇਰੇ ਜਵਾਈ ਨੂੰ ਸੱਦ ਲਾ। ਤੇ ਉਹ ਆ ਕੇ ਇੱਥੇ ਰਿਸ਼ਤੇਦਾਰੀ ਦਾ ਫਿੱਕ ਪੈ ਗਿਆ, ਰਿਸ਼ਤੇਦਾਰਾਂ ਦੀਆਂ ਜੜ੍ਹਾਂ ਵੱਢਣ ਲੱਗ ਪਏ। ਬਿਲਕੁਲ, ਇਹ ਬਹੁਤ ਕਾਮਨ। ਤੇ ਗੋਰੇ ਤਮਾਸ਼ਬੀਨ ਬਣ ਗਏ। ਗੋਰਿਆਂ ਨੂੰ ਪਤਾ ਸਾਰਾ ਹੀ ਆ, ਉਹਨਾਂ ਨੂੰ ਗੋਰੇ ਤਮਾਸ਼ਬੀਨ ਬਣ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਛਾ ਪੰਜਾਬੀ ਦਾ ਪੰਜਾਬੀ ਨਾਲ ਪੈ ਗਿਆ ਰਫੜ। ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਦੇ ਵਿੱਚ, ਇਮੀਗ੍ਰੇਸ਼ਨ ਦੇ ਵਿੱਚ, ਪੁਲਿਸ ਦੇ ਵਿੱਚ। ਹੁਣ ਦੇਖੋ ਵੀ ਉਹ ਜਿਹੜੀ ਇਨਵੈਸਟੀਗੇਸ਼ਨ ਉਹ ਪੁਲਿਸ ਦੇ ਹੱਥਾਂ 'ਚ ਆ। ਹਾਲਾਂਕਿ ਕ੍ਰਿਮੀਨਲ ਕੰਟੈਂਟ ਜਿਹੜਾ ਉਹ ਪੁਲਿਸ ਨੂੰ ਵੀ ਦੇਖਣਾ ਪੈਣਾ ਵੀ ਕੀ ਆ ਉਹਦੇ ਵਿੱਚ, ਕਿਵੇਂ ਧੋਖਾ ਹੋਇਆ। ਜਿਹੜਾ ਤੁਸੀਂ ਕਹਿ ਰਹੇ 25 ਲੱਖ ਦੇ ਕੇ ਆਏ ਆ, 15 ਲੱਖ ਦੇ ਕੇ ਆਏ ਆ, ਹੁਣ ਏਦਾਂ ਦੇ ਬੰਦੇ ਅਗਰ ਤਾਂ ਕੋਈ ਸਕਿਲਫੁਲ ਆ, ਠੀਕ ਹੈ, ਉਹ ਕਿਉਂ ਦੇਗਾ ਇੰਨਾ ਪੈਸਾ? ਉਹਨੂੰ ਜੈਨੂਇਨਲੀ ਹੀ ਸਿੱਧੀ ਜੌਬ ਮਿਲੇਗੀ। ਉਹਨੂੰ ਪਤਾ ਹੋਏਗਾ ਕਿ ਮੈਂ ਇੱਕ ਜੈਨੂਇਨ ਵੇ ਦੇ ਨਾਲ ਕਿਸ ਤਰ੍ਹਾਂ, ਚਾਹੇ EMPLOYER ਮੇਰਾ ਸਿੱਧਾ ਪਾਵੇ ਵੀਜ਼ਾ, ਚਾਹੇ ਕੋਈ ਲਾਇਸੈਂਸਡ ਬੰਦਾ ਪਾਵੇ, ਠੀਕ ਹੈ, ਉਹ ਐਫਰਟ ਕਰੇਗਾ ਕਿ ਮੇਰੀ EMPLOYER ਨਾਲ ਸਿੱਧੀ ਗੱਲਬਾਤ ਹੋਵੇ। ਬਿਲਕੁਲ ਸਹੀ। ਸੁੱਖਾ ਧਮਰੈਥਣੀ ਕਹਿੰਦੇ, ਬਹੁਤ ਬੀਬਾ ਮੁੰਡਾ ਸਾਡਾ, ਮੁੱਛ ਖੜੀ ਰੱਖਦਾ, ਕਹਿੰਦਾ ਵੀ ਭਾਜੀ ਸਾਨੂੰ ਪੰਜਾਬੀਆਂ ਨੂੰ ਪੋਲਿਟਿਕਸ ਵਿੱਚ ਆਉਣਾ ਪੈਣਾ ਕੈਨੇਡਾ ਵਾਂਗੂ, ਸੋ ਦੈਟ ਜਿਹੜਾ ਤੁਹਾਡਾ ਜਿਹੜੀ ਪਾਲਿਸੀ ਮੇਕਿੰਗ ਦੇ ਵਿੱਚ ਜਾਂ ਪਾਲਿਸੀਆਂ ਬਣਾਉਣ ਸਮੇਂ ਜਿਹੜੀ ਤੁਹਾਡੀ ਗੱਲਬਾਤ ਆ, ਜਿਹੜੀ ਅਸਲ ਫੀਡਬੈਕ ਆ, ਉਹ ਸਰਕਾਰ ਦਾ ਸਿਸਟਮ ਦਾ ਹਿੱਸਾ ਹੋਵੇ। ਇਹ ਵੀ ਬੜੀ ਲਾਜ਼ਮੀ ਗੱਲ ਹੈ ਜੋ ਮੈਂ ਮਹਿਸੂਸ ਕਰਦਾ। ਤੇ ਦੂਜੇ ਪਾਸੇ ਬੱਬੂ ਮਾਨ ਦੇ ਗਾਣੇ ਖਿੜਕੀ ਦੇ ਸ਼ੋਖ ਪਰਦਿਆਂ ਦੇ ਮੂਹਰੇ ਘੁੰਮ ਕੇ ਗਾਉਣ ਵਾਲੇ ਜਗਦੀਪ ਮਠਾਰੂ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਮੈਂ ਤਾਂ ਡਰਦਾ ਹੀ ਇਹਨਾਂ ਦਾ ਕਮੈਂਟ ਸ਼ਾਮਲ ਕਰ ਲੈਣਾ, ਕਿਉਂਕਿ ਵਰਦੀ ਇਹ ਪੁਲਿਸ ਦੀ ਪਾ ਕੇ ਰੱਖਦੇ ਆ। ਸਤਿ ਸ਼੍ਰੀ ਅਕਾਲ ਤਾਂ ਬੁਲਾ ਦਿਓ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਇੰਦਰਜੀਤ ਮਠਾਰੂ ਹੁਣੀ ਸਟੂਡੀਓ ਦੇ ਵਿੱਚ ਵੱਖ-ਵੱਖ ਜਿਹੜੀਆਂ ਨੀਤੀਆਂ ਵੱਖ-ਵੱਖ ਸਮੇਂ ਤੇ ਸਾਡੇ ਇਮੀਗ੍ਰੇਸ਼ਨ ਮਹਿਕਮੇ ਵੱਲੋਂ, ਨਿਊਜ਼ੀਲੈਂਡ ਵੱਲੋਂ ਇਸ਼ੂ ਹੁੰਦੀਆਂ, ਉਹਦੇ ਉੱਤੇ ਚਰਚਾ ਕਰਦੇ ਆ। ਤੇ ਇਹ ਉਹ ਦਿਨ ਨੇ ਜਦੋਂ ਇਲੈਕਸ਼ਨ ਦੇ ਵਿੱਚ ਲਗਭਗ 2 ਮਹੀਨੇ ਦਾ ਸਮਾਂ ਬਾਕੀ ਆ। ਤੇ ਮੈਂ ਜਾਣਨਾ ਇਹ ਵੀ ਚਾਹੁੰਦਾ ਵੀ ਜਿਹੜੀ ਪਹਿਲਾਂ ਗੱਲਾਂ ਚੱਲਦੀਆਂ ਸੀ ਓਵਰਸਟੇਅਰਸ ਦੇ ਬਾਰੇ, ਉਹ ਜਿਹੜਾ ਊਂਠ ਦਾ ਬੋਲਾ ਉਹ ਡਿੱਗੂਗਾ ਕਿ ਨਹੀਂ? ਹੋਪ ਤਾਂ ਹੈ ਕਿ ਵਿੱਚ ਤਾਂ ਸੁਣਨ ਨੂੰ ਆਉਂਦਾ, ਵੈਸੇ ਤਾਂ ਆਪਾਂ ਦਸੰਬਰ ਤੋਂ ਹੀ ਸੁਣ ਰਹੇ ਹਾਂ ਇਹ ਕਿ ਕੁਛ ਆਏਗਾ। ਤੇ ਪਹਿਲਾਂ ਸੀਗਾ ਕਿ ਪਹਿਲਾਂ ਉਮੀਦ ਸੀਗੀ ਕਿ ਜਿਹੜੇ ਐਕਸ ਮਿਨਿਸਟਰ ਆਫ ਇਮੀਗ੍ਰੇਸ਼ਨ ਕੁਛ ਨਾ ਕੁਛ ਅਨਾਉਂਸ ਕਰਕੇ ਜਾਓਗੇ, ਬਟ ਉਹ ਵੀ ਚੇਂਜ ਹੋ ਗਏ। ਤਾਂ ਲੈਟਸ ਸੀ ਕਿ ਹੁਣ ਚਲੋ ਨਵਾਂ ਮੁੱਦਾ ਇਹਨਾਂ ਦੇ ਕੋਲ ਆ ਗਿਆ ਕਿ ਉਹਨੂੰ ਓਵਰਲੁੱਕ ਨਾ ਕੀਤਾ ਜਾਵੇ ਉਸ ਮੁੱਦੇ ਨੂੰ। ਸੇਮ ਥਿੰਗ ਫॉर ਪੇਰੈਂਟਸ ਕੈਟਾਗਰੀ ਆਲਸੋ।
ਪੇਰੈਂਟਸ ਕੈਟਾਗਰੀ ਵੀ ਸਖਾਲੀ ਨਹੀਂ ਹੈ। ਬਿਲਕੁਲ ਜੀ, ਬਹੁਤ ਇਹ ਡਿਫਿਕਲਟ ਮਾਊਂਟ ਐਵਰੈਸਟ ਤੇ ਚੜ੍ਹਨ ਦੇ ਬਰਾਬਰ ਕਰਤਾ ਕੰਮ ਉਹਨਾਂ ਨੇ। ਉਹ ਤਾਂ ਲੋਲੀਪੌਪ ਦੇਤਾ ਹਾਂ ਕਿ ਦੇਖੋ ਜੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਤੇ ਨੀਤੀ ਬਣਾਤੀ ਆ ਅਸੀਂ। ਹੁਣ ਜਿੰਨੇ ਕਦਮ ਦਰ ਕਦਮ ਔਖਾ ਆ ਜੀ ਉਹ ਸਾਡੇ ਵਰਗੇ ਜਿਹੜਾ ਹੁਣ ਮੇਰਾ ਬੰਦਾ ਪੜ੍ਹੇ ਲੋਢੂਵਾਲ ਤੱਕ ਆ ਤੇ ਉਹਦੇ ਲਈ ਤਾਂ ਕੰਮ ਬੜਾ ਔਖਾ ਜੀ ਇਹ। ਦੂਜੇ ਪਾਸੇ ਪਿੰਦਰ ਧਰੋਆ ਹੁਣਾਂ ਨੇ ਬੜੀ ਸੰਜੀਦਗੀ ਨਾਲ ਗੱਲ ਪੁੱਛੀ ਆ, ਕਹਿੰਦੇ ਵੀ ਸਤਿ ਸ਼੍ਰੀ ਅਕਾਲ ਭਾਜੀ, ਵਧੀਆ ਗੱਲਬਾਤ, ਤੁਸੀਂ ਹਮੇਸ਼ਾ ਲੈ ਕੇ ਆਉਂਦੇ ਹੋ, ਬੜੇ ਪੱਧਰ ਉੱਤੇ ਘਪਲੇ ਹੋ ਰਹੇ ਨੇ, ਇਹਦਾ ਹੱਲ ਕੀ ਆ? ਸੋ ਬਚਾਅ ਤਾਂ ਉਹੀ ਜਿਹੜਾ ਤੁਸੀਂ ਦੱਸਿਆ ਵੀ ਭਾਈ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਜਿਹੜਾ ਆ, ਜਿਹੜੇ ਬਸਿਆਲੇ ਜੀ ਕਹਿੰਦੇ ਵੀ ਹੈ ਹੀ ਗਿਣਤੀ ਦੇ ਉੱਥੇ, ਲੇਕਿਨ ਉੱਥੇ ਹੀ ਬੈਠਾ ਬੰਦਾ ਤੁਹਾਡੇ ਨਾਲ ਤਾਂ ਗੱਲ ਕਰ ਸਕਦਾ ਨਾ। ਬਿਲਕੁਲ ਕਨੈਕਟ ਕਰ ਸਕਦੇ, ਜੇ ਉਹਨਾਂ ਨੂੰ ਜੌਬ ਆਫਰ ਆਉਂਦੀ, ਕੰਪਨੀ ਦਾ ਨਾਮ ਪਤਾ ਲੱਗ ਗਿਆ ਆ, ਜੀ ਉਹ ਇੰਪਲੋਇਰ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ, ਇੰਪਲੋਇਰ ਨੂੰ ਕਹਿ ਸਕਦੇ ਕਿ ਸਾਨੂੰ ਲਾਇਸੈਂਸਡ ਬੰਦੇ ਤੋਂ ਹੀ ਅਸੀਂ ਫਾਈਲ ਪਾਉਣੀ ਹੈ, ਜੀ ਰੈਦਰ ਦੈਨ ਕਿ ਅਸੀਂ ਉੱਥੇ ਬੈਠੇ ਕਿਸੇ ਏਜੰਟ ਤੋਂ ਪਾਓ। ਜੀ ਜੀ ਬਿਲਕੁਲ। ਮੈਂ ਇੱਕ ਤੁਹਾਨੂੰ ਐਗਜ਼ਾਮਪਲ ਆਪਾਂ ਗੱਲ ਕਰਦੇ, ਜਦੋਂ ਆਪਣੀ ਲਾਸਟ ਟਾਈਮ ਮੀਟਿੰਗ ਹੋਈ, ਜਦੋਂ ਇਹ ਐਕ੍ਰੈਡਿਟਡ ਇੰਪਲੋਇਰ ਵਰਕ ਵੀਜ਼ਾ ਇੰਟਰੋਡਿਊਸ ਹੋਇਆ, ਟਿਕਟੌਕ ਤੇ ਬਹੁਤ ਸਾਰੇ ਇਦਾਂ ਦੇ ਬੰਦੇ ਆ ਕਿ ਜਿਹੜੇ ਐਕ੍ਰੈਡਿਟੇਸ਼ਨ ਬਾਰੇ ਕਾਫੀ ਗਾਈਡਲਾਈਨਸ ਦਿੰਦੇ ਆ, ਬਟ ਦੇ ਆਰ ਨਾਟ ਲਾਇਸੈਂਸਡ ਫॉर दैट। ਕਾਫੀ ਉਹਨਾਂ ਦੀ ਚਲੋ ਇੰਡੀਆ ਆਫਿਸਿਸ ਉਹਨਾਂ ਦੇ ਸੈਟਅਪ ਆ, ਬਟ ਦੇ ਆਰ ਨਾਟ ਲਾਇਸੈਂਸਡ। ਵੀਡੀਓਜ਼ ਵੀ ਪਾਉਂਦੇ ਕਿ ਇਹਦਾ 5 ਦਿਨਾਂ ਚ ਵੀਜ਼ਾ ਆ ਗਿਆ, ਇਹਦਾ 10 ਦਿਨਾਂ ਚ ਆ ਗਿਆ। ਤੁਹਾਨੂੰ ਦੇਖ ਕੇ ਇੱਕ ਚੀਜ਼ ਆਉਂਦੀ ਹੋਣੀ ਨਹੀਂ ਚੀਜ਼ ਇਦਾਂ ਨਹੀਂ ਕਿ ਦੇਖੋ ਇਸ ਚੀਜ਼ ਦਾ ਗੁੱਸਾ ਆਉਂਦਾ ਕਿ ਹਾਂ ਕਿ ਬੰਦੇ ਨੂੰ ਮਿਸਗਾਈਡ ਕਰੀ ਜਾਂਦੇ, ਮਿਸਗਾਈਡ ਕਰਦੇ। ਔਰ ਕੱਲ ਨੂੰ ਇਮੀਗ੍ਰੇਸ਼ਨ ਨੇ ਜਦੋਂ ਉਹਨਾਂ ਨੂੰ ਇਹ ਕਹਿ ਕੇ ਮੋੜ ਦੇਣਾ ਵੀ ਭਾਈ ਯੂ ਹੈਵ ਪ੍ਰੋਵਾਈਡਡ ਮਿਸਲੀਡਿੰਗ ਇਨਫੋਰਮੇਸ਼ਨ ਔਨ ਦਿਸ ਪੁਆਇੰਟ, ਹੈ ਨਾ, ਜਾਂ ਇਸ ਫੈਕਟਰ ਨੂੰ ਲੈ ਕੇ, ਤਾਂ ਉੱਥੇ ਕਿਸੇ ਨੇ ਵੀ ਨਹੀਂ ਖੜਨਾ ਉਹਨਾਂ ਦੇ ਪਿੱਛੇ, ਕੋਈ ਪੁੱਛਣ ਵਾਲਾ ਨਹੀਂ। ਤੇ ਉਹਨਾਂ ਦੀਆਂ ਪੋਸਟ ਕੀ ਹੁੰਦੀਆਂ ਕਿ ਅਸੀਂ ਜੀ 500 ਚ ਪਾ ਰਹੇ ਹਾਂ ਵੀਜ਼ਾ, 5000 ਚ ਪਾ ਰਹੇ ਹਾਂ ਰੁਪੀਸ ਦੇ ਵਿੱਚ। ਅੱਛਾ ਠੀਕ ਹੈ, ਇੰਨਾ ਕਰਦੇ, ਬਟ ਉੱਥੇ ਬਹੁਤ ਜ਼ਿਆਦਾ ਕਫਲਾ ਹੋਇਆ, ਔਰ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੀਆਂ ਵੀ ਕਾਫੀ ਪ੍ਰੋਬਲਮਸ ਆਉਣੀਆਂ। ਦੇਖੋ ਕਿੱਧਰ ਨੂੰ ਕੰਮ ਤੁਰ ਪਿਆ। ਦੂਜੇ ਪਾਸੇ ਸਰਵ ਕੁਮਾਰ ਹੁਣੀ ਤੇ ਰੀਤ ਸੰਧੂ ਸੈਣੀ ਹੁਣੀ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ। ਇੰਦਰਜੀਤ ਜੀ, ਮੈਨੂੰ ਇਹ ਵੀ ਦੱਸੋ ਵੀ ਜਿਹੜੇ ਸਾਡੇ ਕਲਚਰਲੀ ਅਰੇਂਜ ਮੈਰਿਜ ਦੇ ਵਿੱਚ ਜਿਹੜੇ ਕੇਸਿਸ ਨੇ, ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਕਦੇ ਜੀ ਚੜੀਏ ਕਦੇ ਮਰ ਚੜੀਏ ਵਾਲਾ ਵਿਹਾਰ ਜਿਹੜਾ ਇਮੀਗ੍ਰੇਸ਼ਨ ਵੱਲੋਂ ਹੋ ਰਿਹਾ, ਕੁਝ ਕੇਸ ਜਿਹੜੇ ਆ ਬੜੇ ਸਮੂਥਲੀ ਹੋ ਰਹੇ ਆ, ਕੁਝ ਕੇਸਿਸ ਦੇ ਵਿੱਚ ਅਨਨੈਸੈਸਰਲੀ ਉਹਨਾਂ ਨੂੰ ਇਹ ਕਹਿ ਕੇ ਤੰਗ ਕੀਤਾ ਜਾਂਦਾ ਕਿ ਨਹੀਂ ਜੀ ਨਹੀਂ, ਇਹ ਸਟੇਬਲ ਰਿਲੇਸ਼ਨਸ਼ਿਪ ਨਹੀਂ ਹੈ। ਨਹੀਂ, ਜਿੱਥੇ ਤੱਕ ਮੈਂ ਦੇਖਿਆ ਹੈ, ਅਗਰ ਪ੍ਰੈਕਟੀਕਲੀ ਗੱਲ ਕਰੀਏ, ਇਹ ਕੇਸਿਸ ਨੈਗੇਟਿਵ ਉੱਥੇ ਹੁੰਦੇ ਆ ਜਿੱਥੇ ਅਸੀਂ ਰਿਲੇਸ਼ਨਸ਼ਿਪ ਐਸਟੈਬਲਿਸ਼ ਕਿੱਦਾਂ ਹੋਇਆ ਉਹਦਾ ਐਵੀਡੈਂਸ ਨਾ ਦੇ ਸਕੀਏ, ਤੇ ਪੇਪਰ ਵਰਕ ਪੂਰਾ ਨਹੀਂ ਹੈ। ਹਾਂਜੀ, ਕਲਚਰਲੀ ਅਰੇਂਜ ਮੈਰਿਜ ਦਾ ਸਭ ਤੋਂ ਵੱਡਾ ਪੁਆਇੰਟ ਇਹ ਹੁੰਦਾ ਕਿ ਮੈਰਿਜ ਕਲਚਰਲੀ ਅਰੇਂਜ ਹੋਣੀ ਚਾਹੀਦੀ। ਇਟਸ ਨਾਟ ਹੋਗਾ ਕਿ ਆਪਾਂ ਗੁਰਦੁਆਰਾ ਸਾਹਿਬ ਲਾਵਾਂ ਲਈਆਂ, ਠੀਕ ਹੈ, ਜਾਂ ਆਪਣੇ ਕਿਤੇ ਮਿਲੇ, ਕਿਹਦੇ ਥਰੂ ਮਿਲੇ, ਗੱਲਾਂ ਕੀ ਹੋਈਆਂ, ਹਾਂਜੀ, ਉਹ ਐਵੀਡੈਂਸ ਦੇਣੇ ਬਹੁਤ ਜ਼ਰੂਰੀ ਆ। ਅੱਜ ਕੱਲ ਦਾ ਟਾਈਮ ਦੇਖੋ, WhatsApp ਸਾਰੇ ਪਾਸੇ ਫ੍ਰੀ ਆ, ਠੀਕ ਹੈ, ਇਮੀਗ੍ਰੇਸ਼ਨ ਐਕਸੈਪਟ ਕਰਦੀ ਹੈ। ਉਹ ਜਿਹੜੀ ਕਨਵਰਸੇਸ਼ਨ ਤੁਹਾਡੀ ਤੁਹਾਡੀ ਆਪਸ ਵਿੱਚ ਤੁਹਾਡੇ ਪੇਰੈਂਟਸ ਦੀ ਕਲਚਰਲੀ ਅਰੇਂਜ ਮੀਨਸ ਕਿ ਉਹ ਪੇਰੈਂਟਸ ਵੱਲੋਂ ਅਰੇਂਜ ਹੋਈ ਆ। ਹੁਣ ਇਦਾਂ ਦੇ ਕੇਸਿਸ 'ਚ ਅਸੀਂ ਕੀ ਪ੍ਰੋਬਲਮ ਦੇਖਦੇ ਆ, ਕਈ ਵੇਲੇ ਹੁੰਦੀ ਲਵ ਮੈਰਿਜ ਆ, ਲਵ ਕਮ ਅਰੇਂਜ ਹੋ ਜਾਂਦੀ ਹੈ, ਠੀਕ ਹੈ, ਉੱਥੇ ਕਈ ਵੇਲੇ ਕਲਾਇੰਟ ਖੁਦ ਹੀ ਪ੍ਰੋਵਾਈਡ ਕਰ ਦਿੰਦਾ ਸੀ ਤਾਂ ਮੈਰਿਜ ਤੋਂ ਪਹਿਲਾਂ ਹੀ ਮੈਂ ਲੜਕੀ ਨੂੰ ਜਾਂ ਲੜਕੇ ਨੂੰ ਜਾਣਦਾ ਸੀ, ਬਾਅਦ ਵਿੱਚ ਉਹ ਪੇਰੈਂਟਸ ਨੂੰ ਇੰਟਰੋਡਿਊਸ ਕੀਤਾ ਗਿਆ, ਜਾਂ ਕਈਆਂ ਦਾ ਨਿਊਜ਼ਪੇਪਰ ਦੇ ਥਰੂ ਹੋਇਆ ਹੁੰਦਾ, ਸਾਡੇ ਲਈ ਲਗਾਉਣੀ ਈਜ਼ੀ ਹੋ ਜਾਂਦੀ ਹੈ, ਐਸਟੈਬਲਿਸ਼ ਕਰਵਾਉਣਾ ਈਜ਼ੀ ਹੋ ਜਾਂਦਾ ਹੈ। ਜਿਹੜਾ ਅਖਬਾਰ 'ਚ ਇਸ਼ਤਿਹਾਰ ਕੱਢ ਲਓ, ਜਾਂ ਫਿਰ ਨਿਊਜ਼ ਉੱਤੇ ਕੁਝ ਵੈਬਸਾਈਟਸ ਵੀ ਆ, ਹਾਂ, ਕੁਝ ਨਾ ਕੁਝ ਐਵੀਡੈਂਸ ਹੋਵੇ ਉਹਦਾ, ਹਾਂਜੀ, ਕੁਝ ਨਾ ਕੁਝ ਐਵੀਡੈਂਸ ਹੋ ਜਾਵੇ। ਕੁਝ WhatsApp ਦੀ ਚੈਟ ਹੁੰਦੀ ਹੈ ਪੇਰੈਂਟਸ ਦੇ ਕਿ ਆ ਜਗ੍ਹਾ ਤੇ ਮਿਲਣਾ ਆ, ਜਾਂ ਕੁੜੀ ਮੁੰਡੇ ਦੀ ਫੋਟੋ ਐਕਸਚੇਂਜ ਹੋਈ ਆ ਪੇਰੈਂਟਸ ਦੇ ਵਿੱਚ, ਜਾਂ ਅਗਰ ਕੋਈ ਵਿੱਚ ਥਰਡ ਪਾਰਟੀ ਕੋਈ ਰਿਸ਼ਤਾ ਕਰਾ ਰਹੀ ਆ ਤਾਂ ਉਹਦੇ ਵੀ ਟੈਕਸਟ ਕੁਝ ਨਾ ਕੁਝ ਤਾਂ ਫੋਟੋ ਕੁਝ ਤਾਂ ਹੋਊਗਾ ਨਾ ਕਿ ਭਾਈ ਚਾਹੀਦਾ ਹੀ ਆ, ਫਲਾਣੇ ਗੁਰਦਾਰੇ ਬੇਰੀ ਥੱਲੇ ਦੇਖ ਦਿਖਾਲ ਕਰ ਲੈਣੇ ਆ, ਹਾਂਜੀ, ਕੁਝ ਤਾਂ ਹੁੰਦਾ ਹੀ ਆ। ਹਾਂਜੀ, ਠੀਕ ਹੈ ਜੀ। ਸੋ ਉੱਥੇ ਆਪਣੇ ਲੋਕ ਥੋੜਾ ਜਿਹਾ ਉੱਥੇ ਆਪਣਾ ਪੇਪਰ ਵਰਕ 'ਚ ਆਪਾਂ ਫੇਲ ਹੋ ਜਾਂਦੇ ਆ ਕਿ ਆਪਾਂ ਸੋਚਦੇ ਕਿ ਨਾਰਮਲ, ਫਿਰ ਉਹਦੇ ਲਈ ਕੈਟਾਗਰੀ ਨਾਰਮਲ ਹੈ, ਵਿਜ਼ਟਰ ਵੀਜ਼ਾ ਪਾਰਟਨਰਸ਼ਿਪ ਪਾਓ ਅਗਰ ਨਹੀਂ ਐਵੀਡੈਂਸਸ ਹੈਗੇ। ਜੀ, ਸੁਖਵਿੰਦਰ ਸਿੰਘ ਨਾਗਰਾ ਸਾਹਿਬ ਪੁੱਛਦੇ, ਕਹਿੰਦੇ ਵੀ ਹੈਲਥ ਕੇਅਰ ਅਸਿਸਟੈਂਟ ਲੈਵਲ 4 ਕੋਰਸ ਮਈ 2024 ਚ ਕੰਪਲੀਟ ਹੋਣਾ, ਕੀ ਜੂਨ 2024 ਤੱਕ ਵੀਜ਼ਾ ਅਪਲਾਈ ਕਰ ਸਕਦੇ ਆ? ਇਹ ਹੈਲਥ ਕੇਅਰ ਸੈਕਟਰ ਐਗਰੀਮੈਂਟ ਅਕਤੂਬਰ 2024 ਤੱਕ ਰਹੇਗਾ ਜਾਂ ਨਹੀਂ? ਦੇਖੋ, ਸੈਕਟਰ ਐਗਰੀਮੈਂਟ ਦਾ ਗਵਰਨਮੈਂਟ ਡਿਸੀਜਨ ਹੈ ਕਿ ਅਗਰ ਸਟਿਲ ਸ਼ਾਰਟੇਜ ਰਹੀ ਉਹਦੇ ਵਿੱਚ ਕਿ ਉਹਨੂੰ ਐਕਸਟੈਂਡ ਹੋਣਾ ਜਾਂ ਨਹੀਂ ਹੋਣਾ, ਬਟ ਹਾਂ, ਅਗਰ ਇਹਨਾਂ ਦਾ ਕੰਪਲੀਟ ਹੋ ਜਾਂਦਾ ਹੈ, ਅਗਰ ਉਹ ਪਾਲਿਸੀ ਉਸ ਟਾਈਮ ਤੱਕ ਵੀ ਹੈ, ਨੈਕਸਟ ਈਅਰ ਤੱਕ, ਤੇ ਅਗਰ ਇਹ ਉਹਦੇ ਵਿੱਚ ਵਰਕ ਵੀਜ਼ਾ ਆਪਣਾ ਲੈ ਲੈਂਦੇ, ਚਾਹੇ ਆਪਾਂ ਜੂਨ ਜਾਂ ਜੁਲਾਈ 2024 ਦੀ ਗੱਲ ਕਰਦੇ, ਉਹ ਇਨ ਹੋ ਜਾਂਦੇ ਉਸ ਕੈਟਾਗਰੀ 'ਚ ਰੈਜ਼ੀਡੈਂਸ ਦੇ। ਔਰ ਇਹ ਵੀ ਹੈ ਕਿ ਹਾਂ, ਜੇ ਇਹ ਕੋਈ ਵੀ ਪੋਜੀਸ਼ਨ ਉਸ ਕੈਟਾਗਰੀ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ, ਅੱਛਾ ਜੀ, ਠੀਕ ਹੈ, ਤਾਂ ਉਹ ਪਰਸਨ ਸਟਿਲ ਆਪਣਾ ਕਾਊਂਟ ਕਰ ਸਕਦਾ ਰੈਜ਼ੀਡੈਂਸ ਲਈ ਐਕਸਪੀਰੀਅੰਸ। ਔਰ ਇਹਦੇ ਵਿੱਚ ਛੋਟੀ, ਜਿੱਦਾਂ ਹੁਣ ਲੈਵਲ 4 ਦੀ ਇਹਨਾਂ ਨੇ ਗੱਲ ਕੀਤੀ ਕਿ ਵਰਕ ਫੋਰਸ ਦੀ ਜਿਹੜੀ ਹੁਣ ਲੇਟੈਸਟ ਅਨਾਉਂਸਮੈਂਟ ਆਈ ਸੀ, ਉਹਦੇ ਵਿੱਚ ਥੋੜਾ ਜਿਹਾ ਮੈਂ ਐਡ ਆਨ ਕਰਨਾ ਚਾਹੂੰਗੀ। ਇੱਕ ਤਾਂ ਚਲੋ ਵੀਜ਼ਾ ਡਿਊਰੇਸ਼ਨ ਸੀ 5 ਸਾਲ ਦੀ, ਦੂਸਰਾ ਉਹਦੇ ਵਿੱਚ ਸੀ ਕਿ ਜਿਨ੍ਹਾਂ ਦੇ ਲੈਵਲ 3 ਦੇ ਉੱਤੇ ਕੇਅਰ ਵਰਕ ਫੋਰਸ ਵਾਲਿਆਂ ਦੇ ਵੀਜ਼ਾਸ ਲੱਗੇ ਆ, ਤੇ 2 ਸਾਲ ਦੇ ਉਹਨਾਂ ਨੂੰ ਵੀਜ਼ਾਸ ਮਿਲਦੇ ਸੀ ਕਿਉਂਕਿ ਨਿਊਮਰੇਸ਼ਨ ਥ੍ਰੈਸ਼ਹੋਲਡ ਘੱਟ ਹੁੰਦਾ ਸੀ, ਉਹਨਾਂ ਦੀ ਡਿਊਰੇਸ਼ਨ ਮੈਕਸਿਮਮ 3 ਸਾਲ ਦੀ ਕਰ ਦਿੱਤੀ ਗਈ ਹੈ।
2 ਦੀ ਬਜਾਏ 3 ਸਾਲ। 3 ਸਾਲ ਦੇ ਵਿੱਚ ਉਹ ਆਪਣਾ ਲੈਵਲ 4 ਦੀ ਕੁਆਲੀਫਿਕੇਸ਼ਨ ਗੇਨ ਕਰਕੇ ਕੰਮ ਕਰਦੇ ਵੀ ਸਾਈਡ ਬਾਈਜ਼ ਉਹ ਆਪਣੀ ਪਾਰਟ ਟਾਈਮ ਸਟੱਡੀ ਕਰ ਸਕਦੇ। ਉਹਨਾਂ ਲੈਵਲ 4 ਦੀ ਕੁਆਲੀਫਿਕੇਸ਼ਨ ਗੇਨ ਕਰਕੇ ਉਹ ਆਪਣਾ ਫਿਰ ਲੈਵਲ 4 ਤੇ ਵੀਜ਼ਾ ਵਧਾ ਸਕਦੇ ਅੱਗੇ, ਤੇ ਨਾਲ ਲੱਗਦਾ ਰੈਜ਼ੀਡੈਂਸ ਪਾਥ ਵਿੱਚ ਐਂਟਰ ਹੋ ਸਕਦੇ। ਅੱਛਾ ਜੀ, ਬਲਦੇਵ ਸੌਂਧੀ ਸਾਹਿਬ ਪੁੱਛਦੇ ਭਾਜੀ ਸਪਾਂਸਰਸ਼ਿਪ ਫਾਰਮਸ ਕਿਹੜੇ ਯੂਜ਼ ਹੁੰਦੇ ਨੇ ਰੀਸੈਂਟਲੀ ਪੇਰੈਂਟਸ ਲਈ, ਦੱਸੋ ਜੀ ਇਹ। ਪੇਰੈਂਟਸ ਲਈ ਦੇਖੋ ਹਾਲੇ ਤਾਂ EOIs ਜਾ ਰਹੀਆਂ ਹੈ, ਐਕਸਪ੍ਰੈਸ਼ਨ ਆਫ ਇੰਟਰਸਟ ਹਲੇ ਜਿਹੜੇ ਆ ਉਹ ਜਾ ਰਹੀਆਂ, ਜਦੋਂ ITA ਇਸ਼ੂ ਹੁੰਦਾ ਉਹਦੇ ਵਿੱਚ ਤੁਹਾਨੂੰ ਪੂਰਾ ਫੁੱਲ ਪੈਕੇਜ ਆਏ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੋਣਾ ਜੀ। ਬਹੁਤ ਆਨਲਾਈਨ ਵਧੀਆ। ਐਪਲੀਕੇਸ਼ਨਸ ਹੈ। ਅੱਛਾ ਜੀ, ਸੁੱਖਾ ਮਰੈਥਣੀ ਪੁੱਛਦੇ ਆ ਭਾਜੀ ਮੈਮ ਨੂੰ ਪੁੱਛਿਓ ਕਿ ਹੈਲਥ ਕੇਅਰ ਦਾ ਕੀ ਸਕੋਪ ਆ ਆਸਟ੍ਰੇਲੀਆ ਵਿੱਚ। ਮੈਂ ਲੈਵਲ 3 ਕਰ ਰਿਹਾ ਭਾਜੀ, ਯਾਰ ਇੰਨੀ ਬੇਵਫਾਈ ਨਾ ਕਰੋ ਨਿਊਜ਼ੀਲੈਂਡ ਦੇ ਨਾਲ। ਸਾਨੂੰ ਇੱਥੇ ਜ਼ਿਆਦਾ ਬੰਦਿਆਂ ਦੀ ਲੋੜ ਹੈ, ਸੋ ਸਟੇ ਹੇਅਰ। ਆਪਾਂ ਜਾਣ ਨਹੀਂ ਦੇਣਾ ਜੀ, ਬੰਦਾ ਗੁੱਟ ਤੋਂ ਫੜ ਕੇ ਰੱਖ ਲੈਣਾ। ਲੈਵਲ 3 ਤੇ ਫਿਰ ਸਟਿਲ ਦੇ ਕੈਨ ਹੈਵ ਅ ਵਰਕ ਵੀਜ਼ਾ, ਐਕ੍ਰੈਡਿਟਡ EMPLOYER ਵਰਕ ਵੀਜ਼ਾ ਦਾ ਅਗਰ ਨਿਊਜ਼ੀਲੈਂਡ ਇਕੁਇਵਲੈਂਟ ਲੈਵਲ 3 ਹੈ। ਅੱਛਾ, ਹਾਂਜੀ। ਨਹੀਂ ਬਹੁਤ ਵਧੀਆ ਜੀ, ਇਹ ਜਿਹੜੀਆਂ ਗੱਲਾਂ ਬਾਤਾਂ ਇਹ ਖੁੱਲ ਕੇ ਹੋਣੀਆਂ ਚਾਹੀਦੀਆਂ। ਇਮੀਗ੍ਰੇਸ਼ਨ ਦੀ ਜਦੋਂ ਗੱਲ ਚੱਲਦੀ ਹੈ, ਤੁਸੀਂ ਮੈਂ ਇੱਕ ਵਾਰ ਫੇਰ ਐਮਫਸਿਸ ਕਰਨਾ ਚਾਹੁੰਦਾ, ਜਿਹੜਾ ਤੁਸੀਂ ਕਨਵਰਜਨ ਦੀ ਗੱਲ ਕੀਤੀ, ਬਹੁਤ ਸਾਰੇ ਸਾਡੇ ਮਿੱਤਰ ਜਿਹੜੇ ਆ ਉਹਨਾਂ ਦੀ ਜੇਬ 'ਚ ਨੋਟ ਹੈਗੇ ਆ, ਉਹ ਕਹਿੰਦੇ ਵੀ ਸਾਨੂੰ ਇਸ਼ੂ ਕੋਈ ਨਹੀਂ, ਸਾਨੂੰ ਸਿਰਫ ਕੋਈ ਬੰਦਾ ਨਾ ਸਹੀ ਤਰ੍ਹਾਂ ਦੱਸ ਦੇਵੇ ਵੀ ਮੈਂ ਵਿਜ਼ਟਰ ਵੀਜ਼ੇ ਤੇ ਆ ਤਾਂ ਗਿਆ, ਪਰ ਮੈਂ ਜੈਨੂਅਲੀ ਇੱਥੇ ਹੁਣ ਕੰਟਰੀ 'ਚ ਰਹਿਣਾ ਚਾਹੁੰਦਾ ਆ। ਇੱਕ ਤਾਂ ਤੁਸੀਂ ਸਟੂਡੈਂਟ ਵੀਜ਼ੇ ਵਾਲੀ ਗੱਲ ਕਰਦੇ, ਹੋਰ ਕਿਹੜਾ ਤਰੀਕਾ ਜਿਹਦੇ ਨਾਲ ਲੀਗਲੀ ਇਸ ਮੁਲਕ ਦੇ ਵਿੱਚ ਵੈਲਿਡ ਵੀਜ਼ੇ ਉੱਤੇ ਟਿਕਿਆ ਜਾ ਸਕਦਾ? ਦੇਖੋ ਵਰਕ ਵੀਜ਼ਾ ਵੀ ਅਪਲਾਈ ਕੀਤਾ ਜਾ ਸਕਦਾ, ਅਗਰ ਵਰਕ ਵੀਜ਼ਾ ਅਗਰ ਉਹਨਾਂ ਨੂੰ ਜੈਨੂਇਨਲੀ ਆਫਰ ਮਿਲਦੀ। ਹੁਣ ਕਈ ਇਦਾਂ ਦੇ ਹੁੰਦੇ, ਮੰਨ ਲਓ ਫॉर ਐਗਜ਼ਾਮਪਲ ਕਿਸੇ ਕੋ ਹੈਵੀ ਟਰੱਕ ਲਾਇਸੈਂਸ ਆ, ਅੱਛਾ ਜੀ, ਉਹ ਆਪਣਾ ਅਗਰ 6 ਮਹੀਨੇ ਦਾ ਵੀ ਉਹਨੂੰ ਵਿਜ਼ਟਰ ਵੀਜ਼ਾ ਮਿਲਿਆ ਆ ਤਾਂ ਉਹ ਆਪਣਾ ਕਨਵਰਜਨ ਕਰਾ ਸਕਦਾ ਕਲਾਸ 2 ਕਲਾਸ 4 ਦੇ ਵਿੱਚ ਵੀ। ਅੱਛਾ ਜੀ, ਇਵਨ ਤਾਂ ਉਹਦੇ ਵਿੱਚ ਤਾਂ ਕਾਫੀ ਜੌਬਸ ਅਵੇਲੇਬਲ ਆ। ਬੱਸ ਡਰਾਈਵਰਸ ਦਾ ਵੀ ਰੈਜ਼ੀਡੈਂਸ ਲਈ ਅਲੱਗ ਤੋਂ ਕੈਟਾਗਰੀ ਇੱਕ ਬਣੀ ਹੋਈ ਹੈ ਜੀ ਕਲਾਸ 2 ਦਾ, ਜਿਹਦੇ ਵਿੱਚ ਲਾਇਸੈਂਸ ਚਾਹੀਦਾ ਹੈ ਔਰ ਇਜ਼ੀਲੀ ਜੌਬਸ ਅਵੇਲੇਬਲ। ਜੀ। ਫਿਰ ਆ ਜਿਹੜਾ ਇੱਥੇ ਰਫੜ ਪਿਆ ਹੋਇਆ ਵੀ ਲਾਇਸੈਂਸ ਬਣਾਓ ਜੀ, ਪਹਿਲਾਂ ਜਿਹੜੇ ਦੁਬਈ ਤੋਂ 8-8 ਸਾਲ ਦਾ ਐਕਸਪੀਰੀਅੰਸ ਲੈ ਕੇ ਮੁੰਡੇ ਆਏ ਆ, ਪਹਿਲਾਂ ਬੜੀ ਸਮੂਥ ਟ੍ਰਾਂਜੀਸ਼ਨ ਹੁੰਦੀ ਰਹੀ, ਹੁਣ ਇਹ ਰਫੜ ਕਿੱਦਾਂ ਪੈ ਗਿਆ? ਇਹ NZTA ਦਾ ਹੈ ਰਿਲੇਟਡ, ਇਟਸ ਨਥਿੰਗ ਟੂ ਡੂ ਵਿਦ ਇਮੀਗ੍ਰੇਸ਼ਨ। ਹਾਂ, ਹੁਣ ਤਾਂ ਵਿਚਾਰਿਆਂ ਨੇ ਐਕ੍ਰੀਡੇਸ਼ਨ ਹੋਈ ਪ੍ਰੋਪਰਲੀ ਤੇ ਬੰਦੇ ਨੇ ਆਪਣੀ ਓਬਲੀਗੇਸ਼ਨ ਮੰਨ ਲਈ ਤੇ ਉਹ ਨਹੀਂ ਬੰਦਾ ਲੈ ਆਂਦਾ ਜੀ। ਉਹ NZTA ਦੀਆਂ ਰਿਕੁਆਇਰਮੈਂਟਸ ਆ। ਕਈ ਵੇਲੇ ਕੀ ਹੁੰਦਾ ਕਿ ਜਿੰਨਾ ਲੋਡ ਉਹ ਚੱਕਦੇ ਆ ਜਾਂ ਕੰਟਰੀ ਟੂ ਕੰਟਰੀ ਹੁੰਦਾ ਹੈ ਕਿ ਜਿੱਦਾਂ ਹੁਣ ਇੰਡੀਆ ਵਾਲਾ ਇਮੀਡੀਏਟਲੀ ਨਹੀਂ ਕਨਵਰਟ ਹੁੰਦਾ, ਜੇ ਆਪਾਂ ਇਹ ਯੂਰਪ ਦੇ ਲਾਇਸੈਂਸ ਦੀ ਗੱਲ ਕਰੀਏ ਉਹ ਇਮੀਡੀਏਟਲੀ ਹੋ ਜਾਂਦਾ। ਮੈਨੂੰ ਇਹ ਵੀ ਦੱਸੋ, ਬਹੁਤ ਛੋਟੇ ਤੇ ਮੱਧਮ ਦਰਜੇ ਦੇ ਵਪਾਰੀ ਜਿਹੜੇ ਸਾਡੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾ ਰਹੇ ਆ, ਉਹਨਾਂ ਨੇ ਜੈਨੂਅਲੀ ਕਈ ਬੰਦਿਆਂ ਨੂੰ ਬਿਲਕੁਲ ਮੁਫਤ ਦੇ ਵਿੱਚ ਸੱਦਿਆ ਹੋਇਆ, ਤੇ ਪਰ ਲੇਕਿਨ ਆ ਕੇ ਉਹਨਾਂ ਨੂੰ ਇੰਪਲੋਇਮੈਂਟ ਦੇ ਪੱਖੋਂ ਜਿਹੜੇ ਉਹਨਾਂ ਦੇ ਇੰਪਲੋਈ ਨੇ ਜਾਂ ਪੋਟੈਂਸ਼ੀਅਲ ਇੰਪਲੋਈ ਨੇ, ਉਹਨਾਂ ਵੱਲੋਂ ਗ੍ਰੀਨ ਸਿਗਨਲ ਨਹੀਂ ਮਿਲਦਾ, ਤੇ ਫਿਰ ਜਿਹੜੇ ਇੰਪਲੋਇਰ ਨੇ ਉਹ ਬਹੁਤੀ ਵਾਰ ਦਾਗੀ ਹੋਈ ਜਾਂਦੇ ਨੇ। ਇਸ ਚੀਜ਼ ਤੋਂ ਛੁਟਕਾਰਾ ਕਿਵੇਂ? ਪ੍ਰੋਬਲਮ ਪਤਾ ਕਿੱਥੇ ਆ, ਸਾਡੇ ਜ਼ਿਆਦਾਤਰ ਅਸੀਂ ਚਾਹੇ ਏਸ਼ੀਅਨਸ ਲਾ ਲਈਏ ਚਾਹੇ ਇੰਡੀਅਨਸ ਲਾ ਲਈਏ, ਅਸੀਂ ਡਾਕੂਮੈਂਟੇਸ਼ਨ 'ਚ ਘੱਟ ਬਿਲੀਵ ਕਰਦੇ ਹਾਂ। ਅੱਛਾ, ਠੀਕ ਹੈ, ਅਸੀਂ ਸਾਰਾ ਇੱਥੇ ਉੱਪਰ ਰੱਖਦੇ ਹਾਂ, ਤੇ ਉਹੀ ਸਾਡੇ ਲਈ ਭਾਜੀ ਉਹਨਾਂ ਨੂੰ ਕਹਿਤਾ ਸੀ ਬਸ ਮੇਜਰ ਪ੍ਰੋਬਲਮ ਆ ਜਾਂਦੀ। ਅਗਰ ਤੁਹਾਨੂੰ ਕੋਈ ਇੰਪਲੋਈ ਤੰਗ ਵੀ ਕਰ ਰਿਹਾ ਹੈ ਕੁਝ ਵੀ ਆ, ਵਾਰਨਿੰਗਸ ਇਸ਼ੂ ਕਰੋ, ਠੀਕ ਹੈ, ਈਮੇਲਸ ਕਰੋ, ਈਮੇਲ ਤੁਹਾਡੇ ਕੋਲ ਰਿਟਨ ਹੋਣਾ ਚਾਹੀਦਾ। ਬੋਲ ਅੰਦਰ ਜੀ ਜਾਂਦੇ ਬੰਦੇ ਆਪਣੇ ਨਾ, ਤੁਸੀਂ ਹਾਂਜੀ ਉਹਦੇ ਲਈ ਸਟੈਪਸ ਕੀ ਲਏ, ਹੋ ਸਕਦਾ ਕਿ ਉਹ ਬੰਦਾ ਪਾਰਟਿਕੂਲਰਲੀ ਟ੍ਰੇਨਡ ਨਾ ਹੋਵੇ, ਉਹਨੂੰ ਟ੍ਰੇਨਿੰਗ ਪ੍ਰੋਵਾਈਡ ਕਰੋ। ਜਿੱਦਾਂ ਤੁਸੀਂ ਸਾਨੂੰ ਈਮੇਲ ਤੇ ਈਮੇਲ ਭੇਜਦੇ, ਤਾਂ ਈਮੇਲ ਭੇਜਣੀ ਚਾਹੀਦੀ ਹੈ ਨਾ। ਨਹੀਂ ਖੈਰ ਆਪਣਾ ਤਾਂ ਇਦਾਂ ਦਾ ਕੁਝ ਹੋਇਆ ਨਹੀਂ, ਤੇ ਬਟ ਟ੍ਰੇਨਿੰਗ ਪ੍ਰੋਵਾਈਡ ਕਰਨੀ ਚਾਹੀਦੀ ਹੈ, ਉਹਦੇ ਨਾਲ ਉਹਨਾਂ ਨੂੰ ਆਬਵੀਅਸਲੀ ਨੌਲੇਜ ਹੋਵੇ। ਆਬਵੀਅਸਲੀ ਜਿਹੜੀ ਤੁਸੀਂ ਪਹਿਲਾਂ ਗੱਲ ਕੀ ਨਾ ਕਿ ਜਿਹੜਾ ਐਵੀਡੈਂਸ ਆ ਉਹ ਇਸ ਮੁਲਕ ਦੇ ਵਿੱਚ ਬੜਾ ਮਾਇਨੇ ਰੱਖਦਾ, ਗੋਰੇ ਜਿਹੜੇ ਕਲਮ ਨਾ ਮਾਰਦੇ ਜਿਵੇਂ ਨਾ ਜੀ। ਦੇਖੋ ਹੁਣ ਜ਼ਿਆਦਾ ਜਿਹੜੀ ਲੇਬਰ ਇੰਸਪੈਕਟਰੇਟ ਨੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਆ, ਠੀਕ ਹੈ, ਬੰਦੇ ਨਵੇਂ ਭਰਤੀ ਕਰ ਲੈ ਜੋ ਨਹੀਂ ਇੰਸਪੈਕਟਰ, ਬਿਲਕੁਲ ਕਰਨੇ ਪੈਣੇ, ਕਿਉਂਕਿ ਤੁਸੀਂ ਆਲਰੇਡੀ ਜੋ ਫਾਈਲਾਂ ਇਮੀਗ੍ਰੇਸ਼ਨ ਦੇ ਵਿੱਚ ਹੈ ਉਹਨੂੰ ਹੀ ਇੰਨਾ ਟਾਈਮ ਲਾਉਂਦੇ ਆ, ਤੇ ਉਹ ਇਮੀਗ੍ਰੇਸ਼ਨ ਆਫੀਸਰਸ ਤਾਂ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ, ਅਗਰ ਪੋਸਟ ਐਕ੍ਰੈਡੀਟੇਸ਼ਨ ਚੈੱਕ ਦਾ ਵੀ ਆਪਾਂ ਗੱਲ ਕਰੀਏ। ਹੁਣ ਇਹਦੇ ਲਈ ਹਰ ਇੰਪਲੋਇਰ ਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖਣਾ ਪੈਣਾ ਵਿਦ ਪੇਪਰ ਵਰਕ। ਹੁਣ ਮੇਜਰ ਪ੍ਰੋਬਲਮ ਕਿੱਥੇ ਆ ਰਹੀ ਹੈ, ਦੇਖੋ ਹੁਣ ਇਮੀਗ੍ਰੇਸ਼ਨ ਦੀ ਅਗਰ ਆਪਾਂ ਪਾਲਿਸੀ ਅੰਡਰਸਟੈਂਡ ਕਰੀਏ ਐਕ੍ਰੈਡੀਟੇਸ਼ਨ ਦੀ, ਉਹਦੇ ਵਿੱਚ ਉਹਨਾਂ ਨੇ ਇੰਪਲੋਇਮੈਂਟ ਮੋਡਿਊਲਸ ਦੀ ਗੱਲ ਕੀਤੀ ਸੀ, ਠੀਕ ਹੈ, ਉਹ ਇੰਪਲੋਇਰ ਵੀ ਕਰੇਗਾ ਡਿਊਰਿੰਗ ਦ ਪੀਰੀਅਡ ਆਫ ਐਕ੍ਰੈਡੀਟੇਸ਼ਨ, ਠੀਕ ਹੈ, ਚਲੋ ਉਹਨਾਂ ਦੇ ਹੁਣ ਆਟੋ ਐਕਸਟੈਂਡ ਹੋ ਗਈ, ਉਹਨਾਂ ਕੋਲ 2 ਸਾਲ ਦਾ ਟਾਈਮ ਪੀਰੀਅਡ ਹੈ, ਜਿਹਨੇ ਵੀ ਹਾਇਰਿੰਗ ਕਰਨੀ ਹੈ ਉਹ ਆਪਣੇ ਮੋਡਿਊਲਸ ਕਰੇਗਾ, ਪਲੱਸ ਉਹ ਮੋਡਿਊਲਸ ਇੰਪਲੋਈ ਨੇ ਵੀ ਕਰਨੇ ਆ ਜੁਆਇਨਿੰਗ ਤੇ। ਹੁਣ ਉਹ ਨਹੀਂ ਕਰਵਾਏ ਜਾ ਰਹੇ, ਕਾਫੀ ਇੰਪਲੋਇਰਸ ਨਹੀਂ ਕਰਦੇ ਜੀ, ਔਰ ਡਾਕੂਮੈਂਟੇਸ਼ਨ ਨਹੀਂ ਰੱਖ ਰਹੇ ਕਿ ਉਹਨਾਂ ਨੂੰ ਸੈਟਲਮੈਂਟ ਸਪੋਰਟ ਕਿਸ ਤਰੀਕੇ ਨਾਲ ਦਿੱਤੀ, ਜਾਂ ਕਿਸੇ ਤਰ੍ਹਾਂ ਵੀ ਉਹਨਾਂ ਦੀ ਇੰਡਕਸ਼ਨ ਕਿੱਦਾਂ ਹੋਈ ਆ, IRD ਕਿਨੇ ਅਰੇਂਜ ਕਰਕੇ ਦਿੱਤਾ, ਕਿ ਉਹਨਾਂ ਨੂੰ ਹੈਲਪ ਕੀਤੀ ਅਕੋਮੋਡੇਸ਼ਨਸ ਵਗੈਰਾ ਲੱਭਣ ਦੇ ਵਿੱਚ, ਇਦਾਂ ਦਾ ਕੁਝ ਰਿਟਨ ਐਵੀਡੈਂਸ, ਇਹ ਸਾਰਾ ਕੁਝ ਐਕ੍ਰੈਡੀਟੇਸ਼ਨ ਦਾ ਜਦੋਂ ਅਸੀਂ ਐਪਲੀਕੇਸ਼ਨ ਫਾਰਮ ਫਿਲ ਕਰਦੇ ਹਾਂ ਜੀ, ਉਹਦੇ ਵਿੱਚ ਅਸੀਂ ਇਹਨੂੰ ਸਭ ਨੂੰ ਯੈਸ ਕਰਦੇ ਹਾਂ।
ਬਿਲਕੁਲ ਸਹੀ। ਤੇ ਇਹ ਇੱਕ ਬਹੁਤ ਮੇਜਰ ਪ੍ਰੋਬਲਮ ਸਾਹਮਣੇ ਬਾਅਦ ਵਿੱਚ ਬਣ ਕੇ ਕੱਲਾ ਆਉਣੀ ਯੈਸ ਹੈ। ਕਹਿ ਕੇ ਨਹੀਂ ਗੁਜ਼ਾਰਾ ਹੋਣਾ, ਬਿਲਕੁਲ। ਓਬਲੀਗੇਸ਼ਨ ਆ ਔਰ ਤੁਹਾਡੀ। ਉਹਦੇ ਤੇ ਵਿੱਚ ਵੀ ਹੈ ਕਿ ਵਿਦਿਨ 1 or 2 months ਤੁਸੀਂ ਉਹ ਕਰਨੇ ਆਪੇ ਪਾਓ। ਅੱਛਾ, ਗੁਰੀ ਮਾਨ ਸਾਡਾ ਬੜਾ ਪਿਆਰਾ ਮਿੱਤਰ ਆ, ਉਹਨੇ ਐਕਰੀਡੇਸ਼ਨ ਤੇ ਸਵਾਲ ਚੱਕਤਾ, ਕਹਿੰਦਾ ਵੀ ਐਕਰੀਡੇਟਡ EMPLOYER ਵੀਜ਼ਾ ਹੋਲਡਰ ਦੇ ਪਾਰਟਨਰ ਨੂੰ ਸੀ ਐਕਰੀਡੇਟਡ EMPLOYER ਕੋਲ ਹੀ ਕੰਮ ਕਰਨਾ ਪੈਣਾ, ਮਿਨੀਮਮ ਕਿੰਨਾ ਪੇ ਰੇਟ ਦੀ ਲੋੜ ਹੈ? ਇਹ ਜਿਹੜੀ ਪਾਲਿਸੀ ਚੇਂਜ ਹੋਈ ਸੀ 31 ਮਈ ਤੋਂ, ਆਪਾਂ ਨੂੰ Okay. ਸਾਰਿਆਂ ਨੂੰ ਪਤਾ ਆ ਕਿ ਪਹਿਲੇ ਹੁਣ ਇਹਦੇ ਵਿੱਚ ਤੇ ਪੁਰਾਣੇ ਵਾਲੇ ਚ ਕੀ ਡਿਫਰੈਂਸ ਆ, ਆਪਾਂ ਉੱਥੋਂ ਡਿਸਕਸ ਕਰਾਂਗੇ ਤਾਂ ਜੀ। ਬੈਟਰ ਅੰਡਰਸਟੈਂਡਿੰਗ ਹੋ ਜਾਊਗੀ। ਜੀ। ਕਾਮਨ ਚੀਜ਼ ਦੋਨਾਂ ਚ ਇਹ ਹੈ ਕਿ ਦੋਨੇ ਵਰਕ ਵੀਜ਼ੇ ਓਪਨ ਆ। ਓਕੇ। ਠੀਕ ਹੈ, ਕਿਸੇ ਵੀ EMPLOYER ਕੋ ਕਰ ਸਕਦੇ, ਕੋਈ ਜੌਬ ਆਫਰ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ। ਅੱਛਾ ਜੀ। ਇਹ ਹੁਣ ਇਹਦੇ ਵਿੱਚ ਡਿਫਰੈਂਸ ਕੀ ਹੈ ਕਿ ਪੁਰਾਣੇ ਵਾਲੇ ਚ ਸੀਗਾ ਕਿ ਉਹ ਐਕ੍ਰੈਡਿਟਡ ਹੋਵੇ EMPLOYER ਨਾ ਹੋਵੇ ਕੋਈ ਫਰਕ ਨਹੀਂ ਪੈਂਦਾ, ਉਹ ਚਾਹੇ $22 ਤੇ ਕੰਮ ਕਰਨ, 23 ਤੇ ਕਰਨ, 20 ਘੰਟੇ ਕਰਨ, 40 ਘੰਟੇ ਕਰਨ, ਕੋਈ ਫਰਕ ਜੀ। ਨਹੀਂ ਹੈ। ਜੀ। ਅੱਜ ਦੀ ਪਾਲਿਸੀ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਕੰਮ ਅਗਰ ਕਰਨਾ ਤਾਂ ਐਕ੍ਰੈਡਿਟਡ EMPLOYER ਕੋਈ ਕਰਨਾ ਹੈ, ਤੇ ਪੇ ਰੇਟ ਜੋ ਇਸ ਟਾਈਮ ਦਾ ਨਿਊਮਰੇਸ਼ਨ ਥ੍ਰੈਸ਼ਹੋਲਡ ਆ 29.66। They have to follow that. ਯੈਸ। ਹੁਣ ਇਹਦੇ ਵਿੱਚ ਇਹਨਾਂ ਨੇ ਇਹ ਕਿਉਂ ਰੱਖਿਆ, ਅਗਰ ਆਪਾਂ ਦੇਖਿਆ ਜਾਵੇ ਕਿ ਜਿਹੜੇ ਲੋਕਲ ਬੰਦੇ ਆ ਕਿ ਉਹਨਾਂ ਨੂੰ ਹਾਇਰਿੰਗ 'ਚ ਪ੍ਰੋਬਲਮ ਨਾ ਆਵੇ, ਕਿ ਲੋਕੀ ਅਗਰ ਓਪਨ ਵਰਕ ਵੀਜ਼ਾ ਆ ਤੇ ਅੱਜ ਉਹਨਾਂ ਨੂੰ ਪ੍ਰੈਫਰ ਕਰਨ ਦੀ ਬਜਾਏ ਕਿਸੇ ਸਿਟੀਜ਼ਨ ਨੂੰ $22 ਜਾਂ $24 ਤੇ ਰੱਖ ਸਕਦੇ ਆ ਉਸ ਜੌਬ ਤੇ, rather than paying 29.66 to them। ਬਟ ਇਹਦੇ ਵਿੱਚ ਇੱਕ ਇਹ ਵੀ ਚੀਜ਼ ਆ ਕਿ ਵਰਕ ਵੀਜ਼ੇ ਵਾਲੇ ਨੂੰ ਇਹ ਇੰਪੋਰਟੈਂਟ ਨਹੀਂ ਆ ਓਪਨ ਮਤਲਬ ਪਾਰਟਨਰਸ਼ਿਪ ਵਾਲੇ ਵੀਜ਼ੇ ਨੂੰ ਕਿ ਇਹਨਾਂ ਨੂੰ ਵਰਕ ਵੀਜ਼ਾ ਲੈਣਾ ਪੈਣਾ ਉਹਨਾਂ ਤੋਂ, ਜਾਂ ਫਿਰ ਜਦੋਂ ਪੇ ਰੇਟ ਚੇਂਜ ਹੁੰਦਾ ਹੈ ਜਾਂ ਇਮੀਗ੍ਰੇਸ਼ਨ ਇਨਫੋਰਮ ਕਰਨਾ ਪੈਣਾ, ਜਾਂ ਜੌਬ ਚੇਂਜ ਹੁੰਦੀ ਆ ਤਾਂ ਵੀ ਨਹੀਂ ਇਨਫੋਰਮ ਕਰਨਾ ਪੈਣਾ। ਪਲੱਸ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਇਹਨਾਂ ਨੇ ਵਰਕ ਵੀਜ਼ਾ ਮਤਲਬ ਜ਼ਰੂਰੀ ਨਹੀਂ ਕਿ ਇਹਨਾਂ ਨੇ ਮਿਨੀਮਮ 30 ਆਵਰਸ ਹੀ ਕੰਮ ਕਰਨਾ, ਦੇ ਕੈਨ ਵਰਕ ਫॉर 20 ਆਵਰਸ, ਦੇ ਕੈਨ ਵਰਕ ਫॉर 40 ਆਵਰਸ। ਜੇ ਨਹੀਂ ਵੀ ਮਿਲਦੀ ਜੌਬ ਤਾਂ ਵੀ ਪ੍ਰੋਬਲਮ ਨਹੀਂ ਹੈ, ਕਿਉਂਕਿ ਓਪਨ ਵਰਕ ਵੀਜ਼ਾ ਹੈ। ਜਿਹੜੀ ਉਹ ਟ੍ਰਾਂਜੀਸ਼ਨ ਆ ਉਹ ਤੁਸੀਂ ਤੁਹਾਡੇ ਹੱਥਾਂ ਚੋਂ ਗੁਜ਼ਰੀ ਆ ਕੋਈ ਇਦਾਂ ਦੀ? ਹਾਂਜੀ, ਹੁਣ ਜਿਹੜੇ ਨਵੇਂ ਵੀਜ਼ੇ ਆ ਰਹੇ ਆ ਉਹ ਨਿਊ ਕੈਟਾਗਰੀ 'ਚ ਹੀ ਆ ਰਹੇ ਆ, ਗੁੱਡ। ਜਿਹੜੇ 31 ਮਈ ਤੋਂ ਬਾਅਦ ਵੀਜ਼ੇ ਪਏ ਆ। ਜੀ। ਅੱਛਾ, ਸਿੰਘ ਮਨਦੀਪ ਹੁਣੀ ਪੁੱਛਦੇ ਆ, ਕਹਿੰਦੇ ਜੀ ਆਈ ਐਮ ਵਰਕਿੰਗ ਨਾਓ ਇਨ ਲੀਕਰ ਸਟੋਰ ਇਨ ਨਿਊਜ਼ੀਲੈਂਡ ਬਟ ਆਈ ਹੈਵ 3 years ਡਿਪਲੋਮਾ in mechanical engineering full time and 5 years experience in technician as Godrej Limited Mohali. Please let me know if there is any chance to pathway for residency. ਦੇਖੋ SMC ਚ ਫਾਲ ਕਰ ਸਕਦੇ, ਪਹਿਲਾਂ ਤਾਂ ਆਪਣਾ NZQ ਅਸੈਸਮੈਂਟ ਕਰਵਾ ਲੈਣ ਮੈਕੈਨੀਕਲ ਹਾਂ, ਇੰਜੀਨੀਅਰਿੰਗ ਇੱਥੋਂ ਦੇ ਹਿਸਾਬ ਨਾਲ ਬਿਲਕੁਲ ਵੈਲਡਿੰਗ ਵਗੈਰਾ ਦੀ ਜੌਬ, ਫੈਬਰੀਕੇਟਰ ਦੀ, ਜਾਂ ਕੋਈ ਵੀ ਆਪਣੇ ਬਹੁਤ ਮੁੰਡੇ ਸੈਟਲ ਹੋਏ ਜੀ ਉਹ ਚ। ਬਿਲਕੁਲ SMC ਦੇ ਨਾਲ ਉਹਦੇ ਵਿੱਚ ਉਸ ਕ੍ਰਾਈਟੇਰੀਆ ਨੂੰ ਫਾਲੋ ਕਰ ਸਕਦੇ ਆ। ਜੀ। ਜੀ, ਬਹੁਤ ਵਧੀਆ। ਜਿਹੜੇ ਨਵੇਂ ਹੁਣ ਵਿਜ਼ਟਰ ਵੀਜ਼ੇ ਆ ਰਹੇ ਆ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਇਮੀਗ੍ਰੇਸ਼ਨ ਜਿਹੜੀ ਹੈ ਨਾ, ਕਦੇ ਬਹੁਤ ਜ਼ਿਆਦਾ ਅਪ ਚੱਲ ਜਾਂਦਾ ਕੰਮ, ਕਦੇ ਬਹੁਤ ਡਾਊਨ ਹੋ ਜਾਂਦਾ, ਕਦੇ ਬਹੁਤ ਸਮੂਥਲੀ ਸਾਰਾ ਕੁਝ ਹੋਈ ਜਾਂਦਾ, ਲੇਕਿਨ ਕਦੇ ਬਿਨਾਂ ਕਿਸੇ ਕਾਰਨ ਦੇ ਵਿੱਚ ਢੁੱਚਰਾਂ ਡਾਉਣੀਆਂ ਸ਼ੁਰੂ ਕਰ ਦਿੰਦੇ ਇਮੀਗ੍ਰੇਸ਼ਨ ਵਾਲੇ। ਇਸ ਵੇਲੇ ਟ੍ਰੈਂਡ ਕੀ ਹੈ, ਇਸ ਵੇਲੇ ਵਤੀਰਾ ਕੀ ਹੈ? ਕਾਫੀ ਸਟ੍ਰਿਕਟ ਹੈ ਵਿਜ਼ਟਰ ਵੀਜ਼ਾਸ ਲਈ। ਦੇਖੋ ਜਿੱਦਾਂ ਜਿੱਦਾਂ ਫਰਾਡ ਸਾਹਮਣੇ ਆਉਂਦਾ ਉਸ ਤਰੀਕੇ ਨਾਲ ਉਹ ਹਾਰਡ ਹੋ ਜਾਂਦਾ ਹੈ। ਅੱਛਾ ਜੀ। ਠੀਕ ਹੈ, ਹੁਣ ਤੁਸੀਂ ਇਹ ਵੀ ਸੁਣਿਆ ਹੋਣਾ ਬਹੁਤ ਵਾਰੀ ਕਿ 에ਅਰਪੋਰਟ ਤੋਂ ਰਿਟਰਨ ਕਰ ਦਿੱਤੇ। ਹਾਂਜੀ, ਪਿੱਛੋਂ ਹੀ ਕਰਤੇ ਜੀ ਗਈ ਤਾਂ ਸਿੰਗਾਪੁਰ, ਹਾਂਗਕਾਂਗ ਤੋਂ। ਸਿੰਗਾਪੁਰ ਤੋਂ ਹੀ। ਔਰ ਉਹਦੇ ਵਿੱਚ ਰੀਜ਼ਨ ਕੀ ਆ ਰਿਹਾ, ਵਿਜ਼ਟਰ ਵੀਜ਼ੇ ਵਿੱਚ ਉਹੀ ਫਾਲਸ ਮਿਸਲੀਡਿੰਗ ਇਨਫੋਰਮੇਸ਼ਨ, ਪੇਪਰ ਨਹੀਂ ਪ੍ਰੋਪਰ। ਮੈਨੂੰ ਪਤਾ ਨਹੀਂ ਇਹ ਗੱਲ ਸੱਚੀ ਹੈ ਜਾਂ ਝੂਠੀ। ਮੇਰੇ ਇੱਕ ਪਿਆਰੇ ਮਿੱਤਰ ਦੱਸ ਰਹੇ ਸੀ, ਕਹਿੰਦੇ ਵੀ ਇੱਕ ਆਪਣੇ ਓਰੀਜਨਲ ਸਰਟੀਫਿਕੇਟ ਲੜਕੀ ਆਪਣੀ ਪੰਜਾਬੀ ਮੂਲ ਦੀ ਉਹ ਹੈਂਡਬੈਗ ਦੇ ਵਿੱਚ ਲੈ ਕੇ ਆ ਰਹੀ ਸੀ, ਤੇ ਇਮੀਗ੍ਰੇਸ਼ਨ ਆਫਿਸਰ ਨੇ ਹਾਂਗਕਾਂਗ ਦੇ ਵਿੱਚ ਕੈਥੇ ਪੈਸੀਫਿਕ ਦੀ ਫਲਾਈਟ ਦੇ ਵਿੱਚ ਉਹ ਸੀ, ਤੇ ਉੱਥੇ ਹਾਂਗਕਾਂਗ ਦੇ ਵਿੱਚ ਜਦੋਂ ਉਹਨੂੰ ਹੈਂਡਬੈਗ ਦੇ ਵਿੱਚ ਉਹ ਸਰਟੀਫਿਕੇਟ ਕੱਢਦੇ, ਪਾਉਂਦੇ, ਸੈੱਟ ਕਰਦੇ, ਚੈੱਕ ਕਰਦੇ ਦੇਖਿਆ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਤੂੰ ਜੈਨੂਇਨ ਵਿਜ਼ਟਰ ਨਹੀਂ ਹੈ। ਸੋ ਉੱਥੋਂ ਹੀ ਉਹਨੂੰ ਵਾਪਸ ਭੇਜ ਦਿੱਤਾ ਗਿਆ। ਸੋ ਜਿਹੜੇ ਪੋਰਟ ਆਫ ਐਂਟਰੀ ਦੇ ਉੱਤੇ ਆਫਿਸਰ ਨੇ ਉਹ ਵੀ ਕਿਸੇ ਤੋਂ ਘੱਟ ਨਹੀਂ, ਉਹਨਾਂ ਦੇ ਕੋਲ ਪੂਰੇ ਰਾਈਟਸ ਹੁੰਦੇ ਆ। ਜਿਹਨੇ ਵੀਜ਼ਾ ਇਸ਼ੂ ਕੀਤਾ ਲਗਭਗ ਉਹਦੇ ਬਰਾਬਰ ਹੀ ਰਾਈਟ ਹੁੰਦੇ ਆ। ਤੇ ਦੂਜੇ ਪਾਸੇ ਜਿਹੜੇ ਗੁਰੂ ਘਰ ਤੋਂ ਤੁਸੀਂ ਕੜਾਹ ਪ੍ਰਸ਼ਾਦੀ ਦੇਖ ਸਕਦੇ ਜੀ, ਉੱਥੇ ਹੀ ਕੜਾਹ ਪ੍ਰਸ਼ਾਦੀ ਦੇ ਕੁਲਦੀਪ ਸਿੰਘ ਅਰੋੜਾ ਨਹੀਂ ਛਕਦੇ ਆ। ਉਹ ਕਹਿੰਦੇ ਵੀ ਗੁੱਡ ਇਨਫੋਰਮੇਸ਼ਨ ਫॉर एवरीवन। ਇਹਨੇ ਵਿਚਾਰਿਆਂ ਨੇ ਐਵੇਂ ਨਹੀਂ ਕਹਿਣਾ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ, ਇਹਨਾਂ ਨੇ ਵੀ, ਇਹਨਾਂ ਦੇ ਬੱਚਿਆਂ ਨੇ ਵੀ ਇਸ ਗੱਲ ਦੇ ਵਿੱਚ ਪੂਰੀ ਹਮਦਰਦੀ ਜਤਾਈ ਕਿ ਜਿਹੜੀ ਕੋਈ ਸਾਡੇ ਲਾਇਕ ਸੇਵਾ ਉਹ ਅਸੀਂ ਕਰਦੇ ਹਾਂ। ਇਹਨਾਂ ਨੇ ਪੂਰੇ ਦਾ ਪੂਰਾ ਇੱਕ ਮਕਾਨ ਜਿਹੜਾ ਜੀ ਉਹ ਆਫਰ ਕੀਤਾ। ਬਦਕਿਸਮਤੀ ਨਾਲ ਉਹ ਮਕਾਨ ਚਲੋ ਸਾਊਥ ਆਪਣੇ ਵੈਸਟ ਵਿੱਚ ਆ। ਇਹ ਕਹਿੰਦੇ ਵੀ ਮੈਂ ਮਾਈਗ੍ਰੈਂਟਸ ਦੇ ਵਾਸਤੇ ਵੀ ਜੇ ਹੋ ਸਕਿਆ, ਜੋ ਚਾਹੇ ਗਰੋਸਰੀ ਦਾ ਮਾਮਲਾ, ਚਾਹੇ ਦਵਾਈ ਦਾਰੂ ਦਾ ਮਾਮਲਾ, ਇਹਦਾ ਨਿੱਜੀ ਤੌਰ ਤੇ ਬਹੁਤ ਸਾਰੇ ਸਾਡੇ ਜਿਹੜੇ ਭੈਣਾਂ ਭਰਾ ਨੇ ਉਹ ਯਤਨ ਕਰ ਰਹੇ ਨੇ ਕਿ ਆਪਣੇ ਭਾਈ ਬੰਦਾਂ ਦੀ ਮਦਦ ਕੀਤੀ ਜਾਵੇ। ਲੇਕਿਨ ਜਿਹੜੀ ਨਿੱਜੀ ਤੌਰ ਦੇ ਉੱਤੇ ਚੇਤਨਤਾ ਉਹ ਬੜੀ ਲਾਜ਼ਮੀ ਹੈ। ਸੋ ਮੈਨੂੰ ਇਹ ਕਹਿਣ ਦੀ ਵੀ ਇਜਾਜ਼ਤ ਦਿਓ ਵੀ ਚਾਹੇ ਗੁਰੂ ਘਰ ਹੋਣ, ਚਾਹੇ ਸਮਾਜ ਸੇਵੀ ਜਥੇਬੰਦੀਆਂ ਹੋਣ, ਚਾਹੇ ਨਿੱਜੀ ਤੌਰ ਦੇ ਉੱਤੇ ਤੁਹਾਡੀ ਕੋਈ ਸੇਵਾ ਦੇ ਵਿੱਚ ਹਾਜ਼ਰ ਹੈ, ਇਹ ਨਾ ਭੁੱਲੋ ਕਿ ਇਸ ਤਰ੍ਹਾਂ ਦੀ ਗਲਤੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਦੁਬਾਰਾ ਨਹੀਂ ਕਰਨੀ। ਜੇ ਤੁਹਾਨੂੰ ਪਤਾ ਸੀ ਵੀ ਅੱਗੋਂ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਨੇ ਤਾਂ ਫਿਰ ਕੰਮ ਔਖਾ ਹੋ ਜਾਣਾ। ਪਿਛਲੇ ਦਿਨੀ ਮੈਂ ਇੰਦੂ ਜੀ ਫਿਜੀ ਜਾ ਕੇ ਆਇਆ, ਉੱਥੇ ਆਪਣੇ 2 ਸੱਜਣ ਮਿਲੇ। ਉਹ ਗੁਰਦੁਆਰੇ ਰਾਤ ਰੁਕੇ ਹੋਏ ਸੀ। ਉਹ ਕਹਿੰਦੇ ਭਾਜੀ ਸਵੇਰ ਨੂੰ ਅਸੀਂ ਨਾ ਟ੍ਰੇਨ ਫੜਨੀ ਆ ਆਕਲੈਂਡ ਨੂੰ। ਸੋ ਮੈਨੂੰ ਪਹਿਲਾਂ ਤਾਂ ਹਾਸਾ ਆ ਗਿਆ।
ਫਿਰ ਮੈਂ ਆਪਣੇ ਹਾਸੇ ਤੇ ਬੜੀ ਮੁਸ਼ਕਿਲ ਕਾਬੂ ਕਰਕੇ ਉਹਨਾਂ ਨੂੰ ਦੱਸਿਆ ਵੀ ਨਹੀਂ, ਇੱਥੋਂ ਕੋਈ ਵੀ ਨੈਂਡੀ ਤੋਂ ਕੋਈ ਵੀ ਟ੍ਰੇਨ ਜਿਹੜੀ ਆ ਉਹ ਆਕਲੈਂਡ ਨੂੰ ਨਹੀਂ ਜਾਂਦੀ। ਉਹ ਕਹਿੰਦਾ ਜੀ ਸਾਨੂੰ ਏਜੰਟ ਨੇ ਇਹ ਕਿਹਾ ਸੀ ਵੀ ਤੁਸੀਂ ਫਿਜੀ ਚਲ ਜਾਓ, ਬਿਨਾਂ ਵੀਜ਼ੇ ਤੋਂ ਫਿਜੀ ਆ ਜਾਂਦਾ ਇੰਡੀਆ ਤੋਂ ਬੰਦਾ, ਤੇ ਉੱਥੋਂ ਤੁਸੀਂ ਟ੍ਰੇਨ ਫੜ ਕੇ ਜਿਹੜਾ ਉਹ ਆਕਲੈਂਡ ਨੂੰ ਚੱਲ ਜਾਣਾ। ਸੋ ਫਿਰ ਉਹਨਾਂ ਨੇ ਬੜੀ ਮੁਸ਼ਕਿਲ ਸਮਝਾਇਆ ਜੀ, ਮੈਂ ਵੀ ਭਾਈ ਜੇ ਤੁਹਾਡੇ ਕੋਲ ਰਿਟਰਨ ਟਿਕਟ ਹੈਗੀ ਆ ਤਾਂ ਆਈ ਥਿੰਕ ਯੂ ਸ਼ੁਡ ਗੋ ਬੈਕ। ਕੋਈ ਇੱਦਾਂ ਦੀ ਟ੍ਰੇਨ ਜਿਹੜੀ ਆਕਲੈਂਡ ਨੂੰ ਨਹੀਂ ਜਾਂਦੀ। ਇਹ ਜਿਹੜੀਆਂ ਲੋਕਲ ਪਟੜੀਆਂ ਵਿਛੀਆਂ ਹੋਈਆਂ ਸਿਰਫ ਗੰਨੇ ਨੂੰ ਖੇਤਾਂ ਤੋਂ ਲੈ ਕੇ ਸ਼ੂਗਰ ਮਿਲ ਤੱਕ ਲੈ ਕੇ ਆਉਂਦੀਆਂ, ਤੇ ਕੋਈ ਫਿਜੀ ਦੇ ਵਿੱਚ ਟ੍ਰੇਨ ਇੱਦਾਂ ਦੀ ਨਹੀਂ ਚੱਲਦੀ। ਸੋ ਇੱਦਾਂ ਹੀ ਇੱਥੇ ਵੀ ਜਿਹੜੇ ਲੋਕ ਸਾਡੇ ਆਏ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਭਰਮ ਭੁਲਾਵੇਂ ਜਿਹੜੇ ਦਿੱਤੇ ਗਏ। ਉਹਨਾਂ ਵਿੱਚੋਂ ਇੱਕ ਨੂੰ ਤਾਂ ਜੀ ਜਿਹੜਾ ਸਾਡਾ ਸੱਜਣ ਸੀ ਕੋਈ, ਉਹ ਪਰਉਪਕਾਰ ਕਰਕੇ ਗੁਰਦੁਆਰੇ ਚਲੋ ਛੱਡ ਗਿਆ, ਤੇ ਉਹਨੂੰ ਲੱਗਿਆ ਕਿ ਸ਼ਾਇਦ ਵੀ ਇੱਥੇ ਅੰਦਰ ਕੋਈ ਨਾ ਕੋਈ ਇੱਦਾਂ ਦਾ ਢੋਮੇਲਾ ਬਣ ਜਾਣਾ ਵੀ ਮੇਰੀ ਜਿਹੜੀ ਨੌਕਰੀ ਆ ਉਹ ਆਸਾਨ ਹੋ ਜਾਣੀ ਆ। ਬੜਾ ਲੰਬਾ ਸੰਘਰਸ਼ ਆ ਇੰਦਰਜੀਤ ਜੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ। ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਆਪਾਂ ਨੂੰ ਸਾਰਿਆਂ ਨੂੰ ਬਚ ਕੇ ਰਹਿਣ ਦੀ ਲੋੜ ਆ। ਨੀਮ ਹਕੀਮ ਖਤਰਾ ਜਾਨ ਹੁੰਦੇ ਨੇ। ਚਲੋ ਇਹ ਤਾਂ ਸਾਰਾ ਸਾਹਮਣੇ ਆਇਆ ਵਰਕ ਵੀਜ਼ੇ ਦਾ, ਹੈ ਨਾ, 15 ਲੱਖ ਦਿੱਤਾ, 25 ਲੱਖ ਦਿੱਤਾ। ਵਿਜ਼ਟਰ ਵੀਜ਼ੇ ਤੇ ਵੀ ਲੋਕੀ ਇੰਨਾ ਲਗਾ ਕੇ ਆਏ ਆ। ਹਾਂਜੀ, ਜਿਨ੍ਹਾਂ ਨੂੰ ਪਤਾ ਆ ਕਿ ਉਹਨਾਂ ਦਾ ਕੋਈ ਜੌਬ ਨਹੀਂ, ਵਿਜ਼ਟਰ ਤੇ ਜਾ ਰਹੇ ਆ। ਕਈਆਂ ਨੂੰ ਇਹ ਕਿਹਾ ਗਿਆ ਕਿ 에ਅਰਪੋਰਟ ਤੇ ਜੀ ਰੈਜ਼ੀਡੈਂਸ ਵੀਜ਼ਾ ਦੀ ਸਟੈਂਪ ਲੱਗਦੀ ਆ। ਸਾਨੂੰ ਕਾਲਸ ਆਉਂਦੀਆਂ ਕਿ ਜੀ ਮੇਰੇ ਆਫਿਸਰਸ ਨੇ ਰੈਜ਼ੀਡੈਂਸ ਵੀਜ਼ੇ ਦੀ ਸਟੈਂਪ ਨਹੀਂ ਲਗਾਈ, ਕੈਨ ਯੂ ਹੈਲਪ ਇਨ ਦੈਟ? ਅੱਛਾ, ਤੇ ਅਸੀਂ ਕਿ ਇਦਾਂ ਦੀ ਤਾਂ ਕੋਈ ਪਾਲਿਸੀ ਨਹੀਂ ਹੈ ਜੀ। ਜਿਹੜਾ ਵਨ ਆਫ ਰੈਜ਼ੀਡੈਂਸ ਦਾ ਇਹ ਓਵਰਸੀਜ਼ ਦੇ ਵਿੱਚ ਇੱਕ ਬਹੁਤ ਵੱਡਾ ਭੁਲੇਖਾ ਹੈ ਲੋਕਾਂ ਨੂੰ ਕਿ ਸ਼ਾਇਦ ਇਹ ਦੁਬਾਰਾ ਅਨਾਉਂਸ ਹੋ ਜਾਣੀ, ਜਾਂ ਹਾਲੇ ਵੀ ਚੱਲ ਰਹੀ ਆ, ਜਾਂ 에ਅਰਪੋਰਟ ਤੇ ਤੁਸੀਂ ਐਂਟਰੀ ਕਰ ਲਓ ਉੱਥੇ ਤੁਹਾਡੀ ਸਟੈਂਪ ਲੱਗ ਜਾਣੀ। ਹਾਲਾਂਕਿ ਇਹ ਸਾਰਾ ਕੁਝ ਲਗਭਗ ਰਾਜਨੀਤੀ ਤੋਂ ਪ੍ਰੇਰਿਤ ਸੀ, ਇਹ ਸਾਰੇ ਜਾਣਦੇ ਆ ਆਪਾਂ। ਤੁਹਾਡੀ ਇਸ ਗੱਲਬਾਤ ਨੂੰ ਜਸਵਿੰਦਰ ਸਿੰਘ ਹੋਣੀ, ਸੁਖਵਿੰਦਰ ਨਾਗਰਾ ਹੋਣੀ, ਮੋਨਾ ਭਾਰਦਵਾਜ ਹੋਣੀ, ਤਜਿੰਦਰ ਬੈਂਸ ਹੋਣੀ, ਸਰਬ ਕੁਮਾਰ ਹੋਣੀ ਜਿਹੜੇ ਨੇ ਉਹ ਪਸੰਦ ਕਰ ਰਹੇ ਨੇ। ਅੱਗੋਂ ਇਲੈਕਸ਼ਨ ਡਿਊ ਹੈ ਜੀ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ। ਨਵੀਂ ਕੋਈ ਉਮੀਦ ਰੱਖੀਏ ਐਂਡਰੂ ਲਿਟਲ ਤੋਂ? ਵੈਸੇ ਮੈਨੂੰ ਲੱਗਦਾ ਨਹੀਂ। ਪਾਲਿਸੀ ਰਿਵਿਊ ਜਿੱਦਾਂ ਆਪਾਂ ਕੱਲ ਵੀ ਨਿਊਜ਼ ਆਈ ਹੈ ਉਹਨਾਂ ਦੀ ਐਂਟਰੀ ਦੀ, ਪਾਲਿਸੀ ਰਿਵਿਊ ਹੋਣੀ ਚਾਹੀਦੀ ਹੈ। ਥੋੜਾ ਜਿਹਾ ਸਟ੍ਰਿਕਟ। ਇਹ ਰੌਲਾ ਬਹੁਤ ਛੇਤੀ ਪੈ ਗਿਆ, ਮੈਨੂੰ ਤਾਂ ਲੱਗਦਾ 6 ਮਹੀਨੇ ਕੱਢਣਗੇ ਆਪਣੇ ਬੰਦੇ। ਦੇਖੋ ਇਹਦੇ ਵਿੱਚ ਤਾਂ ਐਸੈਂਸ਼ੀਅਲ ਸਕਿੱਲ ਦੇ ਵਿੱਚ ਵੀ ਇਹੀ ਕੁਝ ਦੇਖਣ ਨੂੰ ਮਿਲਦਾ ਸੀਗਾ, ਬਟ ਇਹ ਸੀਗਾ ਕਿ ਉਹ ਵਿਦ ਇਨ ਨਿਊਜ਼ੀਲੈਂਡ ਸੀ, ਓਵਰਸੀਜ਼ ਤੋਂ ਘੱਟ ਸੀ। ਬਟ ਇਹਦੇ ਵਿੱਚ ਹੁਣ ਓਵਰਸੀਜ਼ ਜਿਹੜੇ ਏਜੰਟ ਇਨਵੋਲਵ ਹੋਏ ਆ, ਅਗਰ ਦੇਖਿਆ ਜਾਵੇ ਜਿੱਦਾਂ ਹੁਣ ਆਈਏ ਨਾਲ ਸਾਡੀ ਵੀ ਗੱਲ ਹੁੰਦੀ ਹੈ ਲਾਇਸੈਂਸਿੰਗ ਅਥਾਰਟੀ ਨਾਲ, ਕਿਉਂਕਿ ਉਹਨਾਂ ਦਾ ਕਹਿੰਦਾ ਕਿ ਅਸੀਂ ਓਵਰਸੀਜ਼ ਦਾ ਸਾਡੇ ਤੇ ਇੰਨਾ ਕੰਟਰੋਲ ਨਹੀਂ, ਵੱਧ ਤੋਂ ਵੱਧ ਉਹ ਵਾਰਨਿੰਗਸ ਇਸ਼ੂ ਕਰ ਸਕਦੇ ਆ। ਠੀਕ ਹੈ, ਇਹ ਤਾਂ ਉਹ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿੱਥੇ ਇੰਨਾ ਪੈਸਾ ਲਗਾ ਰਹੇ ਆ ਕਿ ਉਹ ਵਰਥ ਹੈ ਅੱਗੇ। ਬਿਲਕੁਲ ਸਹੀ, ਬਿਲਕੁਲ ਸਹੀ। ਇੰਦਰਜੀਤ ਬਾਜਵਾ ਜੀ ਸਾਡੇ ਨਾਲ, ਇੰਦਰਜੀਤ ਮਠਾਰੂ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਏ। ਸਾਡੇ ਅਸਲ 'ਚ ਇੱਕ ਪ੍ਰੈਜ਼ੈਂਟਰ ਦਾ ਨਾਂ ਇੰਦਰਜੀਤ ਬਾਜਵਾ ਆ, ਇਸ ਕਰਕੇ ਬਾਜਵਾ ਕਿਹਾ ਗਿਆ ਮੇਰੇ ਤੋਂ। ਸੋਮਵਾਰ ਨੂੰ ਪ੍ਰੋਗਰਾਮ ਪੇਸ਼ ਕਰਦੇ ਜੀ ਹੈਲੋ ਜ਼ਿੰਦਗੀ, ਉਹਦੇ ਵਿੱਚ ਵੀ ਇੱਦਾਂ ਦੇ ਸੰਜੀਦਾ ਮੁੱਦਿਆਂ ਤੇ ਚਰਚਾ ਹੁੰਦੀ ਹੈ। ਐਂਜਲ ਇਮੀਗ੍ਰੇਸ਼ਨ ਦੀ ਜਿਹੜੀ ਟੀਮ ਆਕਲੈਂਡ ਦੇ ਵਿੱਚ ਹੈ, ਉਹਨਾਂ ਦੇ ਨਾਲ 0211868351 ਦੇ ਉੱਤੇ, ਜਾਂ ਫਿਰ 022122633373 ਦੇ ਉੱਤੇ। ਇਸ ਤੋਂ ਇਲਾਵਾ ਉਹਨਾਂ ਦੇ ਲੈਂਡਲਾਈਨ 09 ਕੋਡ ਹੈ ਜੀ ਆਕਲੈਂਡ ਦਾ, 303-2209 303-2209 ਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਵੈਸੇ ਦਫ਼ਤਰ ਜਾਂਦੇ ਹੋ ਨਾ ਜੀ? ਹੁਣ ਜਾਣਾ ਪੈਂਦਾ ਜੀ। ਅੱਛਾ, ਆਫ ਕੋਰਸ। ਹਾਂ, ਤੇ ਪਕੌੜਿਆਂ ਵਾਲੀ ਕੜੀ ਕਦੋਂ ਬਣਾਉਣੇ ਫਿਰ? ਉਹ ਜਦੋਂ ਤੁਸੀਂ ਆਓਗੇ ਉਦੋਂ ਬਣੇਗੀ। ਉਹ ਅੱਛਾ, ਮੈਂ ਵੀ ਯਾਦ ਕਰਾ ਦਿਆਂ, ਜਿਹੜੇ ਦੱਖਣੀ ਆਈਲੈਂਡ ਦੇ ਖੂਬਸੂਰਤ ਸ਼ਹਿਰ ਕ੍ਰਾਈਸਟਚਰਚ ਜਾਂ ਉਸਦੇ ਆਸ-ਪਾਸ ਲੋਕ ਰਹਿੰਦੇ ਨੇ, ਜਿਹੜੇ ਨਿੱਜੀ ਤੌਰ ਤੇ ਇਹਨਾਂ ਦੀ ਟੀਮ ਨੂੰ ਰਾਬਤੇ 'ਚ ਰੱਖਣਾ ਚਾਹੁੰਦੇ ਆ, 03 ਕੋਡ ਹੈ ਜੀ ਕ੍ਰਾਈਸਟਚਰਚ ਦਾ, 2601690 2601690 ਉਹਨਾਂ ਦਾ ਫੋਨ ਨੰਬਰ ਉੱਥੇ ਹੈ ਜੀ। ਤੇ ਈਮੇਲ ਦੇ ਰਾਹੀਂ ਵੀ ਗੱਲਾਂ ਬਾਤਾਂ ਹੋ ਸਕਦੀਆਂ, info@imigration.nz ਜਾਂ .co.nz ਹੋਣਾ ਚਾਹੀਦਾ। .nz ਹੀ ਹੈ ਵੈਬਸਾਈਟ ਸਾਡੀ, NZ ਆ, ਬਟ ਅਗਰ ਡਾਇਰੈਕਟ ਈਮੇਲ ਮੈਨੂੰ ਕਰਨੀ ਹੈ that is angelimmigration@nz@gmail.com। ਅੱਛਾ ਜੀ, ਕੀ ਬਾਤ ਹੈ। ਸੋ ਦੋਸਤੋ, ਜਿਹੜੀ ਐਂਜਲ ਇਮੀਗ੍ਰੇਸ਼ਨ ਦਾ ਦਾਅਵਾ ਉਹ ਬੜਾ ਸਿੱਧਾ ਪੱਧਰਾ ਜਿਹਾ, ਉਹ ਕਹਿੰਦੇ ਵੀ ਅਸੀਂ ਮੁਲਕ ਦੇ ਵਿੱਚ ਬੜੇ ਵੈਲ ਟ੍ਰੇਨਡ ਜਿਹੜੇ ਇਮੀਗ੍ਰੇਸ਼ਨ ਕਾਉਂਸਲਰਸ ਨੇ ਉਹਨਾਂ ਦੇ ਨਾਲ ਹੁਣ ਤੱਕ ਇਹ ਟੀਮ ਸੱਜੀ ਹੋਈ ਹੈ। ਮਲਟੀਲਿੰਗੁਅਲ ਟੀਮ ਹੈ, ਤੁਹਾਡੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਚਾਹੇ ਤੁਸੀਂ ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਬਿਜ਼ਨਸ ਵੀਜ਼ਾ, ਵਿਜ਼ਟਰ ਵੀਜ਼ਾ, ਪਰਮਾਨੈਂਟ ਵੀਜ਼ਾ, ਤੇ ਜਾਂ ਫਿਰ ਫੈਮਿਲੀ ਦੇ ਹਿਸਾਬ ਦੇ ਨਾਲ ਜਿਹੜੀ ਵੀ ਐਪਰੋਪ੍ਰੀਏਟ ਐਪਲੀਕੇਸ਼ਨ ਲਾਉਣੀ ਚਾਹੁੰਦੇ ਹੋ ਇਸ ਮੁਲਕ ਦੇ ਵਿੱਚ ਲੀਗਲ ਤੌਰ ਦੇ ਉੱਤੇ ਰਹਿਣ ਦੇ ਲਈ, ਵਸਣ ਦੇ ਲਈ ਜਾਂ ਵਿਜ਼ਿਟ ਕਰਨ ਦੇ ਲਈ, ਜ਼ਰੂਰ ਤੁਸੀਂ ਉਹਨਾਂ ਨੂੰ ਯਾਦ ਰੱਖਣਾ। ਆਖਰ ਦੇ ਵਿੱਚ ਸਾਡੇ ਭੈਣਾਂ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਇਹ ਉਹ ਦਿਨ ਨੇ ਜਿੱਥੇ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਚੱਲ ਰਹੀ ਹੈ, ਔਰ ਇਸ ਤੋਂ ਬਹੁਤ ਲੋਕ ਪਰੇਸ਼ਾਨ ਵੀ ਨੇ। ਜਿਹੜੇ EMPLOYER ਆ ਉਹ ਇਸ ਗੱਲੋਂ ਡਰ ਗਏ ਕਿ ਸਾਡਾ ਜਲੂਸ ਨਿਕਲਣਾ ਹੁਣ, ਤੇ ਜਿਹੜਾ ਮੀਡੀਆ ਦਾ ਇੱਕ ਹਿੱਸਾ ਉਹਦੀ ਤਮਾਸ਼ਬੀਨੀ ਕਰ ਰਿਹਾ, ਤੇ ਜਿਹੜੇ EMPLOYEE ਆ ਜਿਨ੍ਹਾਂ ਨੇ ਤੁਸੀਂ ਦੱਸਿਆ ਵੀ ਵਿੱਚ ਕਈਆਂ ਨੇ ਸਕੀਮਾਂ ਵੀ ਲਾ ਲਈਆਂ ਵੀ ਚੋਰ ਮੋਰੀਆਂ ਹੈਗੀਆਂ, ਵੀ ਆਪਾਂ ਲਾਲਾ ਕਰਾ ਕੇ ਮਾਈਗ੍ਰੈਂਟ ਐਕਸਪਲੋਇਟੇਸ਼ਨ ਵੀਜ਼ੇ ਦੇ ਵਿੱਚ ਆਪਾਂ ਠਾਠਾ ਕਰਾ ਦੇਣੀਆਂ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਕੋਈ ਨਹੀਂ। ਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਹੁਣ ਇਹ ਸਾਰੇ ਰਾਮ ਰੌਲੇ ਦੇ ਉੱਤੇ? ਇਹ ਸਾਰੇ ਦੇ ਵਿੱਚ ਦੇਖੋ ਐਵੀਡੈਂਸ ਤਾਂ ਸਾਰਿਆਂ ਨੂੰ ਪ੍ਰੋਵਾਈਡ ਕਰਨੇ ਪੈਣੇ ਆ,
ਠੀਕ ਹੈ, ਇਹ ਨਹੀਂ ਆਪਾਂ ਕਵਾਂਗੇ ਕਿ ਸਾਰੇ ਹੀ ਬਲੈਕ ਆ ਜਾਂ ਸਾਰੇ ਹੀ ਵਾਈਟ ਆ, ਹਮ, ਤੇ ਦੋਨਾਂ ਪਾਸੇ ਕਿਤੇ ਨਾ ਕਿਤੇ ਸਾਰੇ ਮਤਲਬ ਕੁਝ ਗਲਤ ਵੀ ਆ, ਕੁਝ ਸਹੀ ਵੀ ਆ, ਚਾਹੇ ਆਪਾਂ ਇੰਪਲੋਇਰਸ ਦੀ ਗੱਲ ਕਰੀਏ, ਚਾਹੇ ਆਪਾਂ ਇੰਪਲੋਈਜ਼ ਦੀ ਗੱਲ ਕਰੀਏ। ਜੀ ਬਟ ਜਿੰਨਾ ਇਹ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਅਗਰ ਓਵਰਸੀਜ਼ ਤੋਂ ਕੋਈ ਆ ਰਿਹਾ ਜਾਂ ਕਿਸੇ ਨੂੰ ਇਦਾਂ ਜੌਬ ਆਫਰ ਹੁੰਦੀ ਆ, ਅਗਰ ਕੋਈ ਏਜੰਟ ਤੁਹਾਡੇ ਨਾਲ ਡਾਇਰੈਕਟ ਗੱਲ ਨਹੀਂ ਕਰਵਾ ਰਿਹਾ ਇੰਪਲੋਇਰ ਦੀ, ਹਮ, ਜਾਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇੰਪਲੋਇਰ ਦੇ ਨਾਲ ਜੌਬ ਦੇ ਰਿਲੇਟਡ ਕੋਈ ਡਿਸਕਸ਼ਨ ਨਹੀਂ ਹੋ ਰਹੀ, ਤਾਂ ਵੈਦਰ ਬੈਸਟ ਹੈ ਕਿ ਉਹਨੂੰ ਅਵੋਇਡ ਕਰੋ। ਅੱਛਾ ਅਗਰ ਕਿਸੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨਾਲ ਹੀ ਕਰੋ, ਮੈਂ ਇਹ ਨਹੀਂ ਕਹਿ ਰਹੀ ਕਿ ਸਾਨੂੰ ਹੀ ਅਪਰੋਚ ਕਰੋ, ਬਟ ਟੂ ਐਨੀਵਨ, ਚਾਹੇ ਓਵਰਸੀਜ਼ ਬੈਠੇ ਆ ਚਾਹੇ ਇੱਥੇ ਬੈਠੇ ਆ, ਕਿਸੇ ਵੀ ਲਾਇਸੈਂਸਡ ਬੰਦੇ ਨਾਲ ਗੱਲ ਕਰੋ। ਬਿਲਕੁਲ ਠੀਕ। ਸਿੰਘ ਵੀ ਹੁਣੀ ਪੁੱਛਦੇ, ਕਹਿੰਦੇ ਜੀ ਆਇਲਟਸ ਬਾਰੇ ਵੀ ਦੱਸੋ, ਬੱਸ ਡਰਾਈਵਰ ਤੇ ਟਰੱਕ ਡਰਾਈਵਰ ਦੇ ਲਈ ਕਿੰਨੇ ਬੈਂਡ ਚਾਹੀਦੇ ਆ? 6.5 ਹੈ। ਇਹ ਅਕੈਡਮਿਕ ਵੀ ਹੋ ਸਕਦਾ, ਜਨਰਲ ਕੈਟਾਗਰੀ ਦੇ ਵਿੱਚ ਵੀ ਦਿੱਤਾ ਜਾ ਸਕਦਾ, ਬਟ ਜੀ ਰੈਜ਼ੀਡੈਂਸ ਦੀਆਂ ਜਿੰਨੀਆਂ ਵੀ ਕੈਟਾਗਰੀਜ਼ ਹੈ, ਜੀ ਚਾਹੇ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਕਿ ਵਰਕਫੋਰਸ ਦੀ ਗੱਲ ਕਰੀਏ, ਐਸਐਮਸੀ ਦੀ ਗੱਲ ਕਰੀਏ, ਸਾਰਿਆਂ ਦੇ ਵਿੱਚ ਆਇਲਟਸ ਦੀ ਰਿਕੁਆਇਰਮੈਂਟ ਹੈ, ਦੈਟ ਇਜ਼ 6.5। ਬਹੁਤ ਵਧੀਆ। ਇੰਡੀਵਿਜੂਅਲ ਦਾ ਕੋਈ ਚੱਕਰ ਨਹੀਂ ਹੈ ਕਿ ਇੰਡੀਵਿਜੂਅਲੀ 6 ਬੈਂਡ ਚਾਹੀਦੇ ਆ, 5.5 ਚਾਹੀਦੇ, ਇਦਾਂ ਦਾ ਕੁਝ ਨਹੀਂ, ਓਵਰਆਲ 6.5 ਚਾਹੀਦੇ। ਆਖਰ ਦੇ ਵਿੱਚ ਆਊਟ ਆਫ ਕਿਉਰਿਓਸਿਟੀ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ, ਕਿਉਂਕਿ ਮੈਂ ਵੀ ਹਲੇ ਕੱਚਾ ਹੀ ਫਿਰਦਾ, ਜਿਹੜੇ ਵਨ ਆਫ ਰੈਜ਼ੀਡੈਂਸੀ ਤੋਂ ਰਹਿ ਗਏ 4000 ਐਪਲੀਕੇਸ਼ਨਾਂ ਪੈਂਡਿੰਗ ਆ ਵਨ ਆਫ ਦੀਆਂ, ਜਿਹੜੀ ਨਵਾਂ 6 ਪੁਆਇੰਟ ਵਾਲਾ ਤੁਸੀਂ ਜੁਗਾੜ ਲਾਗੂ ਕੀਤਾ ਸੀ, ਉਹਦੇ ਚ ਕਿੰਨੇ ਕੁ ਦਰਸ਼ਨ ਭਲਾਸ਼ੀ ਆ ਰਹੇ ਤੁਹਾਡੇ ਕੋਲ? ਹਾਲੇ ਤਾਂ ਉਹ ਪਾਲਿਸੀ ਸਟਾਰਟ ਹੋਣੀ ਆ। ਅੱਛਾ, ਪਰ ਰੌਲਾ ਮਾੜਾ ਮੋਟਾ ਪੈਣ ਲੱਗ ਪਿਆ। ਹਾਂਜੀ, ਪਰ ਇਹਦੇ ਵਿੱਚ ਮੋਸਟਲੀ ਜਿਹੜੇ ਨਵਾਂ ਲੋਟ ਆਇਆ, ਜਿੰਨਾ ਵੀ ਅਕ੍ਰੈਡਿਟਡ ਇੰਪਲੋਇਰ ਵਰਕ ਵੀਜ਼ੇ ਵਾਲਾ, ਓਕੇ, ਉਹੀ ਇਹਦੇ ਵਿੱਚ ਫਾਲ ਕਰੇਗਾ। ਕਿਉਂਕਿ ਦੇਖੋ, ਜਿਹੜੇ ਕੋਈ ਰਹਿ ਗਏ ਸੀ ਪਹਿਲਾਂ, ਜਿਨ੍ਹਾਂ ਨੇ ਪੁਰਾਣੇ ਆਏ ਹੋਏ ਸੀਗੇ, ਬਟ 3 ਈਅਰ ਵਾਲੀ ਕੈਟਾਗਰੀ ਜਾਂ ਉਹਨਾਂ ਚੋਂ ਤਿੰਨਾਂ ਚੋਂ ਕੋਈ ਵੀ ਕੈਟਾਗਰੀ ਮੀਟ ਨਹੀਂ ਕਰ ਪਾਏ ਵਨ ਆਫ ਰੈਜ਼ੀਡੈਂਸੀ, ਮੋਸਟਲੀ ਜਿੱਦਾਂ ਨਵੰਬਰ ਦੇ ਵਿੱਚ ਈਓਆਈ ਪਈਆਂ ਸੀ, ਫਿਰ ਜਨਵਰੀ ਦੇ ਵਿੱਚ ਪਈਆਂ ਆਪਣੀਆਂ ਈਓਆਈਸ, ਉਹਦੇ ਵਿੱਚੋਂ ਨਿਕਲ ਗਿਆ, ਉਹਨਾਂ ਦੀ ਇਵਨ ਐਸਐਮਸੀ ਅਪਰੂਵ ਵੀ ਹੋ ਗਈਆਂ, ਮੈਜੋਰਟੀ ਜਿੰਨੀਆਂ ਮੋਸਟਲੀ ਸਾਡੇ ਕੋਲ ਫਾਈਲਸ ਆ ਸਾਰੀਆਂ ਨਿਕਲ ਗਈਆਂ। ਮਤਲਬ ਤੁਹਾਡੇ ਤੇ ਉਹ ਮੁਹਾਵਰਾ ਲਾਗੂ ਹੁੰਦਾ ਵੀ ਸਦਾ ਦੀਵਾਲੀ ਸਾਧ ਦੀ ਚੱਤੋ ਪਹਿਰ ਬਸੰਤ, ਮਤਲਬ ਤੁਸੀਂ 12 ਮਹੀਨੇ ਬਿਜ਼ੀ ਆ। ਹਾਂਜੀ, ਮਹੀਨਾ ਇੱਕ ਵਧਾ ਲੈਨੇ ਆਪਾਂ, ਹੁਣ 13 ਮਹੀਨਿਆਂ ਦਾ ਸਾਲ ਕਰ ਲਈਏ। ਤੁਹਾਨੂੰ ਤਾਂ ਸੁੱਖ ਦਾ ਸਾਹ ਆਵੇ, ਘੱਟੋ ਘੱਟ ਬੰਦਾ ਫਗਵਾੜੇ ਜਾ ਕੇ ਸ਼ਾਪਿੰਗ ਦਾ ਕਰਨ ਜੋਗਾ ਹੋਵੇ 1 ਮਹੀਨਾ। ਬਿਲਕੁਲ, ਕੀ ਬਾਤ ਆ, ਬਹੁਤ ਵਧੀਆ ਜੀ। ਆਪਣੇ ਪਰਿਵਾਰਕ ਸਮਿਆਂ ਦੇ ਵਿੱਚੋਂ ਔਰ ਆਪਣੇ ਭਾਈਚਾਰੇ ਦੇ ਵਿੱਚ ਹਮੇਸ਼ਾ ਵਾਪਸ ਕੁਝ ਨਾ ਕੁਝ ਜਿਹੜਾ ਦੇਣ ਦੀ ਤਮੰਨਾ ਜਿਹੜੀ ਹੈ ਇਸ ਟੀਮ ਦੇ ਕੋਲ ਹਮੇਸ਼ਾ ਮੌਜੂਦ ਹੁੰਦੀ ਹੈ। ਤੇ ਬਾਕੀ ਆਪਾਂ ਹੁਣ ਜਿਹੜੀ ਪਹਿਲੀ ਕਤਾਰ ਹੋਣੀ ਆ ਜਦੋਂ ਬੱਬੂ ਮਾਨ ਦਾ ਸ਼ੋਅ ਦੇਖਣਾ, ਉੱਥੇ ਵੀ ਤੁਸੀਂ ਇੰਦਰਜੀਤ ਮਠਾਰੂ ਉਹਨਾਂ ਨੂੰ ਦੇਖ ਸਕਦੇ ਆ। ਤੁਸੀਂ ਵੈਸੇ ਨਿੱਜੀ ਤੌਰ ਤੇ ਬੱਬੂ ਮਾਨ ਦੇ ਗਾਣੇ ਕਿੰਨੇ ਕੁ ਪਸੰਦ ਕਰਦੇ ਆ? ਕਾਫੀ। ਮੇਰੇ ਤੁਹਾਨੂੰ ਪਤਾ ਹੀ ਆ ਜਗਦੀਪ ਕਿੰਨੇ ਗਾਣੇ ਗਾਉਂਦੇ ਆ। ਅੱਛਾ, ਬੱਬੂ ਮਾਨ ਦੇ ਕਾਫੀ ਫੈਨ ਆ। ਤੁਹਾਨੂੰ ਕਿਹੜਾ ਗਾਣਾ ਸਭ ਤੋਂ ਵੱਧ ਪਸੰਦ ਆ? ਮੈਨੂੰ ਉਹਨਾਂ ਦਾ ਮਿੱਤਰਾਂ ਦੀ ਛਤਰੀ ਦੀ। ਅੱਛਾ, ਹਾਂਜੀ, ਪਤਾ ਨਹੀਂ ਕ੍ਰੇਜ਼ੀ ਕਿਉਂ ਵਲੈਤ ਲਈ ਜਿੰਨੀਆਂ ਪੰਜਾਬ ਚ ਕੁਆਰੀਆਂ। ਹਾਂਜੀ, ਠੀਕ ਹੈ ਜੀ, ਮਤਲਬ ਫਿਰ ਤੁਸੀਂ ਅੰਬਰੇਲਾ ਕਹੋ ਨਾ। ਹਾਂਜੀ, ਕਹਿ ਸਕਦੇ ਇਹ ਗਾਣਾ ਜਦੋਂ ਅਸੀਂ ਕਾਲਜ ਟਾਈਮ ਤੋਂ ਉਦੋਂ ਤੋਂ ਬਹੁਤ ਸੁਣਦੇ ਆ। ਠੀਕ ਹੈ ਜੀ, ਠੀਕ ਆ। ਅੱਛਾ, ਅਰੋੜਾ ਸਾਹਿਬ ਨੇ ਜਾਂਦੀਵਾਰ ਦਾ ਲਗੋਟ ਜਿਹੜਾ ਉਹ ਕੱਸ ਲਿਆ, ਕਹਿੰਦੇ ਵੀ ਐਨੀ ਪਾਲਿਸੀ ਫॉर ਇੰਡੀਅਨ ਨਰਸਿਸ ਲਈ ਵੈਸੇ ਬਹੁਤ ਵਧੀਆ ਹੈਗਾ ਕਿ ਅਗਰ ਕੋਈ ਰਜਿਸਟਰਡ ਨਰਸ ਆ ਇੰਡੀਆ ਦੇ ਵਿੱਚ, ਠੀਕ ਹੈ, 2 ਸਾਲ ਦਾ ਵਰਕਿੰਗ ਐਕਸਪੀਰੀਅੰਸ ਆ, ਆਇਲਸ ਦੇ 7 ਬੈਂਡ ਆ, ਤਾਂ ਉਹ ਅਪਲਾਈ ਕਰ ਸਕਦੇ ਰਜਿਸਟ੍ਰੇਸ਼ਨ ਲਈ ਵੀ। ਫਰਸਟ ਸਟੈਪ ਵਿਲ ਬੀ ਐਨਜ਼ੈਡਕਿਊ ਅਸੈਸਮੈਂਟ, ਠੀਕ ਹੈ, ਆਇਲਸ ਕਰਾ ਕਰਕੇ ਫਿਰ ਸਿੱਧਾ ਮੈਡੀਕਲ ਕਾਉਂਸਲ ਚ ਰਜਿਸਟ੍ਰੇਸ਼ਨ ਲਈ, ਸੌਰੀ ਨਰਸਿੰਗ ਕਾਉਂਸਲ ਦੇ ਵਿੱਚ ਉਹ ਅਪਲਾਈ ਕਰ ਸਕਦੇ ਜੀ। ਤੇ ਕੈਪ ਦਾ ਕੋਰਸ ਹੁੰਦਾ, ਇੰਡੀਆ ਤੋਂ ਹੋ ਸਕਦਾ, ਕੈਪ ਦਾ ਕੋਰਸ ਹੁੰਦਾ, ਉਹਦੇ ਲਈ 6 ਵੀਕਸ ਦਾ ਹੁੰਦਾ ਕੋਰਸ, ਵਿਜ਼ਟਰ ਵੀਜ਼ਾ ਮਿਲ ਜਾਂਦਾ, ਆ ਕੇ ਆਪਣਾ ਕਰਨ ਜੌਬ, ਤੁਸੀਂ ਅਪਗ੍ਰੇਡ ਕਰ ਲਿਆ ਤੇ ਅਪਲਾਈ ਕਰ ਦਿਓ, ਸਟ੍ਰੇਟ ਪਾਥਵੇ ਟੂ ਰੈਜ਼ੀਡੈਂਸ। ਕੀ ਬਾਤਾਂ। ਵੈਸੇ ਜੇ ਹਿਸਾਬ ਨਾਲ ਤੁਸੀਂ ਹੌਸਲਾ ਬਣਾ ਕੇ ਜਾਂਦੇ ਨਾ, ਮੈਨੂੰ ਲੱਗਦਾ ਵੀ 1 ਨੰਬਰ 'ਚ ਵੀ ਕੰਮ ਹੋ ਸਕਦਾ। ਬਿਲਕੁਲ ਹੋ ਸਕਦਾ। ਬਿੰਗੀ ਉਂਗਲਾਂ ਘਿਓ ਕੱਢਣ ਦੀ ਲੋੜ ਨਹੀਂ ਐਡੀ। ਦੇਖੋ, ਜਿਨ੍ਹਾਂ ਕੋਲ ਸਕਿੱਲਸ ਆ ਉਹਨਾਂ ਲਈ ਬਹੁਤ ਪਾਥਵੇ ਆ, ਉਹਨਾਂ ਨੂੰ ਨਾ ਤਾਂ ਕੋਈ ਏਦਾਂ ਪੈਸੇ ਦੇਣ ਦੀ ਲੋੜ ਆ, ਠੀਕ ਹੈ, ਕਿਸੇ ਵੀ ਤਰੀਕੇ ਦੇ ਨਾਲ। ਬਿਲਕੁਲ ਸਹੀ, ਬਿਲਕੁਲ ਸਹੀ। ਬਹੁਤ ਚੰਗਾ ਲੱਗਾ ਜੀ ਇੰਦਰਜੀਤ ਜੀ। ਮੈਂ ਹੁਣ ਤੁਹਾਨੂੰ ਜੇ ਇਹ ਕਹਾਂ ਵੀ ਬੱਬੂ ਮਾਨ ਦਾ ਕੋਈ ਗਾਣਾ ਸੁਣਾ ਕੇ ਜਾਓ, ਫਿਰ ਲੋਕਾਂ ਨੇ ਇਹ ਸ਼ੱਕ ਕਰਨ ਲੱਗ ਪੈਣਾ ਵੀ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ, ਸੋ ਇਸ ਕਰਕੇ ਤੁਸੀਂ ਦੱਸ ਦਿੱਤਾ ਵੀ ਤੁਹਾਨੂੰ ਕਿਹੜਾ ਗਾਣਾ ਪਸੰਦ ਆ। ਨਹੀਂ, ਇਹ ਗਾਣਾ ਗਾਉਣ ਵਾਲੀ ਜਿਹਦੀ ਰਿਸਪੌਂਸਿਬਿਲਿਟੀ ਉਹ ਮਿਸਟਰ ਮਠਾਰੂ ਦੀ ਆ, ਸੋ ਉਹ ਜਦੋਂ ਆਉਗੀ ਤੁਹਾਡੇ ਕੋਲ ਉਦੋਂ ਕਰੂਗੀ। ਉਹ ਗੁਲਾਨਾਰੀ ਪੱਗ ਬੰਨ ਕੇ ਫਿਰ ਮਤਲਬ ਹੌਲੀ ਦੇਣੀ, ਉਹ ਤੁਸੀਂ ਡਿਸਾਈਡ ਕਰਕੇ ਮੈਚਿੰਗ ਕਰ ਲਿਓ। ਬਿਲਕੁਲ ਨਹੀਂ, ਉਹਨਾਂ ਨੇ ਮੇਰੇ ਕਹੇ ਤੇ ਹੁਣ ਇੱਕ ਬੜੀ ਭਿਆਨਕ ਤਬਦੀਲੀ ਕੀਤੀ ਆ। ਹੁਣ ਉਹਨਾਂ ਨੇ ਕੰਟਰਾਸਟ ਦੇ ਵਿੱਚ 50 ਮੰਨਣੀ ਸ਼ੁਰੂ ਕਰਤੀਆਂ ਤੇ ਮਾਸ਼ਾਅੱਲਾ ਉਹ ਪਹਿਲਾਂ ਨਾਲੋਂ ਵੀ ਬਹੁਤ ਸੋਹਣੇ ਲੱਗਦੇ ਆ। ਬਹੁਤ ਵਧੀਆ, ਬਹੁਤ ਵਧੀਆ ਜੀ। ਤੇ ਅਰੋੜਾ ਸਾਹਿਬ ਕਹਿੰਦੇ ਵੀ ਥੈਂਕਸ ਇੰਦਰਜੀਤ ਜੀ ਫॉर ਯੂਰ ਇਨਫੋਰਮੇਸ਼ਨ। ਅਰੋੜਾ ਸਾਹਿਬ, ਇਹ ਤੁਹਾਡੇ ਲੋਕਲ ਬੰਦੇ ਆ, ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਗੱਲਬਾਤ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਰਾਬਤਾ ਰੱਖਣਾ। ਜਿਹੜੇ ਫੋਨ ਨੰਬਰਸ ਨੇ ਮੈਂ ਇੱਕ ਵਾਰ ਫੇਰ ਸਕਰੀਨ ਦੇ ਉੱਤੇ। ਇੰਡੀਆ ਗੇਟ ਤੋਂ ਨਹੀਂ ਜੀ, ਇਹ ਜਿਹੜੇ ਨੇ ਆਪਣੇ ਸਰਦਾਰ ਸਾਹਿਬ ਨੇ ਰਈਏ ਤੋਂ ਨੇ, ਤੇ ਇਹ ਆ ਗਿਆ ਇਸ ਕਰਕੇ ਫਲਾਈਓਵਰ ਦਾ ਕੰਮ ਰੁਕ ਗਿਆ ਪਿੱਛੇ, ਤੇ ਇਹ ਰਹਿੰਦੇ ਤੁਹਾਡੇ ਲਾਗੇ ਹੀ, ਕਿਊਮੀਓ ਦੇ ਵਿੱਚ ਰਹਿੰਦੇ, ਹਾਂਜੀ ਵੈਸਟ ਦੇ ਵਿੱਚ ਰਹਿੰਦੇ ਆ। ਸੋ ਐਂਜਲ ਇਮੀਗ੍ਰੇਸ਼ਨ ਜਿਹੜੀਆਂ ਡੀਟੇਲਸ ਨੇ ਜੀ ਸਕਰੀਨ ਦੇ ਉੱਤੇ ਮੌਜੂਦ ਨੇ। ਕੋਈ ਵੀ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਸਾਂਝੀ ਕਰਨੀ ਹੋਵੇ, ਕੋਈ ਮਸ਼ਵਰਾ ਲੈਣਾ ਹੋਵੇ
ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਸਾਂਝਾ ਕਰ ਸਕਦੇ ਹੋ। ਲੇਕਿਨ 2 ਨੰਬਰ ਦਾ ਕੰਮ ਨਹੀਂ ਇਹਨਾਂ ਨੂੰ ਕੋਈ ਵੀ ਕਹਿਣਾ, ਨਹੀਂ ਤਾਂ ਇਹਨਾਂ ਨੇ ਗਾਹਾਂ ਗਾਲਾਂ ਸਾਨੂੰ ਕੱਢਣੀਆਂ। ਤੇ 1 ਨੰਬਰ ਦਾ ਕੰਮ ਕਿਹੋ, ਉਹਨਾਂ ਸਾਡੀ ਵੀ ਸੋਭਾ ਵਧੂਗੀ ਤੇ ਚੰਗਾ ਲੱਗੂਗਾ। ਬੜੀ ਮਿਹਰਬਾਨੀ ਇੰਦਰਜੀਤ ਜੀ, ਥੈਂਕ ਯੂ ਜੀ। ਔਰ ਹਮੇਸ਼ਾ ਜਿੱਤ ਜਿਹੜੀ ਆ ਉਹ ਤੁਹਾਡੇ ਕਦਮ ਚੁੰਮਦੀ ਰਹੇ। ਤੁਸੀਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਆਉਂਦੇ ਰਹੋ। ਸਾਡੇ ਭਾਈਚਾਰੇ ਨੂੰ ਅੱਜ ਦੀ ਡੇਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਸ ਗੱਲ ਦੀ ਜ਼ਰੂਰਤ ਹੈ ਕਿ ਪ੍ਰੋਫੈਸ਼ਨਲ ਐਡਵਾਈਸ ਜਿਹੜੀ ਹੈ ਉਹਨਾਂ ਦੇ ਘਰਾਂ ਤੱਕ ਪਹੁੰਚੇ, ਉਹਨਾਂ ਦੀਆਂ ਬੈਠਕਾਂ ਦੇ ਵਿੱਚ ਇਸ ਸੱਚਾਈ ਭਰੀ ਗੱਲਬਾਤ ਦਾ ਚਰਚਾ ਹੋਵੇ ਜਿਹੜੀ ਐਂਜਲ ਇਮੀਗ੍ਰੇਸ਼ਨ ਬੀਤੇ ਲੰਮੇ ਸਮੇਂ ਤੋਂ ਆਪਣੇ ਭਾਈਚਾਰੇ ਦੇ ਵਿੱਚ ਹਾਜ਼ਰ ਕਰਦੀ ਰਹੀ ਹੈ, ਚਾਹੇ ਉਹ ਆਕਲੈਂਡ ਦਫ਼ਤਰ ਦੀ ਗੱਲ ਹੋਵੇ ਜਾਂ ਫਿਰ ਕ੍ਰਾਈਸਟਚਰਚ ਦੀ ਗੱਲ ਹੋਵੇ। ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਇੰਦਰਜੀਤ ਮਠਾਰੂ ਹੋਣਾ ਦਾ ਐਂਜਲ ਇਮੀਗ੍ਰੇਸ਼ਨ ਵੱਲੋਂ ਇੱਥੇ ਇੱਕ ਨੁਮਾਇੰਦੇ ਵਜੋਂ ਆ ਕੇ ਇਹਨਾਂ ਪਾਲਿਸੀਜ਼ ਤੇ ਨਜ਼ਰਸਾਨੀ ਕਰਨ ਦੇ ਲਈ ਦਿਲੋਂ ਸ਼ੁਕਰੀਆ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਦੋਸਤੋ, ਇਹ ਸਨ ਇੰਦਰਜੀਤ ਮਠਾਰੂ ਜਿਹੜੇ ਕਿ ਵੱਖ-ਵੱਖ ਸਮਿਆਂ ਤੇ ਸਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਨੇ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰਦੇ ਨੇ। ਮੈਨੂੰ ਪਰਮਿੰਦਰ ਨੂੰ ਇੱਥੇ ਦਿਓ ਇਜਾਜ਼ਤ। ਕੁਝ ਕਾਰੋਬਾਰੀ